ਜ਼ਿੰਦਗੀ ਵਿੱਚ ਇੱਕ ਵਾਰ ਫਿਰ ਆਪਾਂ ਸਾਰਿਆਂ ਨੂੰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਸੰਸਾਰ ਲੰਘਿਆ ਜਾਂ ਅਜੇ ਵੀ ਖਤਰੇ ਦੇ ਬੱਦਲ ਪੂਰੇ ਵਿਸ਼ਵ ਉੱਤੇ ਮੰਡਰਾ ਰਹੇ ਨੇ, ਇਸ ਭਿਆਨਕ ਦੌਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਸਾਰਿਆਂ ਨੂੰ ਜੀਵਨ ਦਾਨ ਬਖਸ਼ਿਸ਼ ਕੀਤਾ ਹੈ। ਉਸ ਦਾਤੇ ਦਾ ਸ਼ੁਕਰਾਨਾ ਕਰੀਏ। ਅੱਜ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਵਿੱਚ ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਸਿੰਘਾਂ ਪਾਸੋਂ ਬਹੁਤ ਹੀ ਰਸ ਪਿੰਨਾ ਸ਼ਬਦ ਕੀਰਤਨ ਸੰਤਾਂ ਕੇ ਕਾਰ ਜਾਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਇਹ ਪਾਵਨ ਸ਼ਬਦ ਸਰਵਣ ਕੀਤੇ ਹਨ। ਆਓ ਕੁਝ ਕੁ ਮਿੰਟਾਂ ਵਾਸਤੇ ਗੁਰਮਤਿ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਬਖਸ਼ੋ ਅਸੀਸ ਔਰ ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਆਪਾਂ ਸੁਣਦੇ ਹਾਂ ਜਦੋਂ ਇਹ ਪੁਰਬ ਆਉਂਦਾ ਹੈ, ਇਸ ਪੁਰਬ ਦਾ ਨਾਮ ਰੱਖਿਆ ਹੋਇਆ ਪਹਿਲਾ ਪ੍ਰਕਾਸ਼ ਪੁਰਬ। ਪਹਿਲਾ ਪ੍ਰਕਾਸ਼ ਪੁਰਬ ਜਦੋਂ ਵੀ ਤੁਸੀਂ ਪੜ੍ਹੋਗੇ ਸੁਣੋਗੇ, ਤਦੋਂ ਇਹ ਸਵਾਲ ਸੁਭਾਵਿਕ ਸਿੱਖ ਦੇ ਮਨ ਵਿੱਚ ਪੈਦਾ ਹੋਣਾ ਚਾਹੀਦਾ ਹੈ ਕਿ ਜੇ ਪਹਿਲਾ ਹੈ ਤੇ ਇਹਦਾ ਮਤਲਬ ਦੂਜਾ ਵੀ ਕੋਈ ਹੋਏਗਾ। ਕਿਉਂਕਿ ਕਿਸੇ ਵੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨਾਲ ਇਸ ਤਰ੍ਹਾਂ ਨਹੀਂ ਆਉਂਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ, ਗੁਰੂ ਅੰਗਦ ਦੇ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਪੁਰਬ ਨਹੀਂ, ਉਹਨਾਂ ਦਾ ਸਿਰਫ ਪ੍ਰਕਾਸ਼ ਪੁਰਬ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਆਉਂਦਾ ਪਹਿਲਾ ਪ੍ਰਕਾਸ਼ ਪੁਰਬ। ਉਹ ਸਵਾਲ ਪੈਦਾ ਕਰਦਾ ਕਿ ਇਹਦਾ ਮਤਲਬ ਦੂਜਾ ਵੀ ਕੋਈ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਗੁਰਤਾ ਗੱਦੀ ਸੰਨ 1604 ਈਸਵੀ ਵਿੱਚ ਜਦੋਂ ਪਹਿਲਾ ਪ੍ਰਕਾਸ਼ ਪੁਰਬ ਆਉਂਦਾ ਹੈ, ਉਦੋਂ ਸਾਧ ਸੰਗਤ ਗੁਰਤਾ ਗੱਦੀ ਪ੍ਰਾਪਤ ਨਹੀਂ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਪ੍ਰਕਾਸ਼ ਕਰਾਉਂਦੇ ਨੇ ਔਰ ਸਾਧ ਸੰਗਤ ਉਸ ਵਕਤ ਗੁਰਤਾ ਗੱਦੀ ਪ੍ਰਾਪਤ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦਾ ਉਦੋਂ ਪਹਿਲਾਂ ਪ੍ਰਕਾਸ਼ ਹੁੰਦਾ ਹੈ। ਇਹ ਸ਼ੁਰੂ ਤੋਂ ਗੁਰਮਤਿ ਦੇ ਅੰਦਰ ਰਿਹਾ ਕਿ ਸਿੱਖ ਦਾ ਸ਼ਬਦ ਗੁਰੂ ਹੈ, ਪਰ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ 1708 ਈਸਵੀ ਵਿੱਚ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਇਸ ਗੱਲ ਦਾ ਜ਼ਿਕਰ ਹੈ, ਜਦੋਂ ਜੋਗੀਆਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਕਿ ਪਵਨ ਆਰੰਭ ਸਤਿਗੁਰ ਮਤ ਬਿਲਾ, ਸਵਾਲ ਕੀਤਾ ਕਿ ਕਿੱਥੋਂ ਤੁਹਾਡੀ ਸ਼ੁਰੂਆਤ ਹੋਈ ਹੈ, ਕਿਹਦੇ ਤੁਸੀਂ ਚੇਲੇ ਹੋ, ਕੌਣ ਗੁਰੂ ਕਿਸਕਾ ਤੂੰ ਚੇਲਾ। ਤੇ ਗੁਰੂ ਦਾ ਉਸੇ ਵਕਤ ਜਵਾਬ ਸੀ ਪਵਨ ਆਰੰਭ ਸਤਿਗੁਰ ਮਤ ਬਿਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਸ਼ਬਦ ਗੁਰੂ ਸ਼ੁਰੂ ਤੋਂ ਰਿਹਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਨੂੰ ਗੁਰੂ ਕਿਹਾ, ਪਰ ਸਾਧ ਸੰਗਤ ਬਾਣੀ ਗੁਰੂ ਭਾਵ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਪਹਿਲਾ ਪ੍ਰਕਾਸ਼ ਆਉਂਦਾ ਉਦੋਂ ਗੁਰਤਾ ਗੱਦੀ ਪ੍ਰਾਪਤ ਨਹੀਂ ਹੈ। ਉਸ ਤੋਂ ਬਾਅਦ ਪੰਚਮ ਪਾਤਸ਼ਾਹ ਤੋਂ 5 ਜਾਮਿਆਂ ਵਿੱਚ ਫਿਰ ਸਰੀਰ ਵਰਤਿਆ। 10ਵੇਂ ਜਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਸਾਹਿਬ ਦੀ ਧਰਤੀ ਉੱਤੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਨਹੀਂ ਹੈ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਉਂਦਾ ਹੈ।
ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝਿਓ। ਮੈਂ ਇਤਿਹਾਸ ਸੰਖੇਪ ਵਿੱਚ ਕਵਾਂਗਾ। ਫਿਰ ਪਹਿਲਾ ਪ੍ਰਕਾਸ਼ ਕਿਸ ਗ੍ਰੰਥ ਦਾ ਹੈ ਔਰ ਗੁਰਤਾ ਗੱਦੀ ਕਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ। ਦੋਵਾਂ ਦੀ ਬਾਣੀ ਵਿੱਚ ਭੇਦ ਨਹੀਂ ਹੋਏਗਾ। ਹਾਂ, ਇੰਨਾ ਜ਼ਰੂਰ ਹੈ, ਪਹਿਲਾ ਪ੍ਰਕਾਸ਼ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਮਨਾ ਰਹੇ, ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 30 ਰਾਗ ਨੇ, 5 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਭੱਟ ਸਾਹਿਬਾਨ ਭਗਤ ਸਾਹਿਬਾਨਾਂ ਦੀ ਬਾਣੀ 974 ਅੰਗ ਨੇ। ਔਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ, ਉਹਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪਾਈ। ਇੱਕ ਰਾਗ ਹੋਰ 31ਵਾਂ, ਜਿਹਨੂੰ ਜੈਜਾਵੰਤੀ ਰਾਗ ਕਹਿੰਦੇ ਨੇ, ਉਹ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਕੇ 1430 ਅੰਗ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ। ਉਹ ਦਮਦਮਾ ਸਾਹਿਬ ਦੀ ਧਰਤੀ ਤੇ। ਇਸ ਲਈ ਅੱਜ ਜਦੋਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋਗੇ, ਪਹਿਲਾ ਨਾਮ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤਾ ਹੋਇਆ, ਜਿਲਦ ਤੋਂ ਦਰਸ਼ਨ ਕਰਿਓ, ਉੱਥੇ ਲਿਖਿਆ ਹੋਏਗਾ ਆਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇ ਥੱਲੇ ਲਿਖਿਆ ਹੋਏਗਾ ਇਹ ਬੀੜ ਦਮਦਮੀ ਬੀੜ ਨਾਲ ਮਿਲਾ ਕੇ ਲਿਖੀ ਗਈ ਹੈ। ਭਾਵ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਗ੍ਰੰਥ ਨਾਲ ਮਿਲਾਈ ਹੈ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਸੰਪੂਰਨ ਕੀਤੀ। ਹੁਣ ਧਿਆਨ ਨਾਲ ਸੁਣਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗ੍ਰੰਥ ਔਰ ਪੰਥ ਦੀ ਇੱਕੋ ਸਮੇਂ ਸ਼ੁਰੂਆਤ ਕੀਤੀ। ਜਦੋਂ ਗ੍ਰੰਥ ਦੀ ਸ਼ੁਰੂਆਤ ਹੋਈ, ਉਦੋਂ ਪੰਥ ਦੀ ਵੀ ਸ਼ੁਰੂਆਤ ਹੋਈ। ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਉਚਾਰਨਾ ਸ਼ੁਰੂ ਕੀਤਾ, ਜਪਜੀ ਸਾਹਿਬ ਦਾ ਉਚਾਰਨ ਕੀਤਾ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਡਤ ਜੀ ਨੂੰ ਇਹ ਉਪਦੇਸ਼ ਦਿੱਤਾ, ਪੰਡਤ ਹਰਦਿਆਲ ਜੀ ਨੂੰ, ਕਿ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖੰਤ ਨ ਭਾਰਾ ਵਾਰ। ਜਦੋਂ ਜੋਗੀਆਂ ਕਾਜੀਆਂ ਨੂੰ ਕਿਹਾ ਪਾਤਲ ਨਾ ਪਾਤਾਲ, ਲਖ ਆਗਾਸਾਂ ਆਗਾਸ, ਓੜ ਕੋੜ ਕਪਾਲ ਥਕੇ, ਵੇਦ ਕਹਿਨ ਇੱਕ ਬਾਤ। ਜਦੋਂ ਸਿੱਧ ਜੋਗੀਆਂ ਨੂੰ ਕਿਹਾ ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਉਦੋਂ ਸਾਧ ਸੰਗਤ ਕੱਲੇ ਗ੍ਰੰਥ ਦੀ ਸ਼ੁਰੂਆਤ ਨਹੀਂ, ਨਾਲ ਦੀ ਨਾਲ ਪੰਥ ਦੀ ਸ਼ੁਰੂਆਤ ਵੀ ਕੀਤੀ। ਪਾਤਸ਼ਾਹ ਨੇ ਜਦੋਂ ਪੰਥ ਦੀ ਸ਼ੁਰੂਆਤ ਕੀਤੀ, ਉਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਾਹਿਬ ਨੇ ਪੰਥ ਦੀ ਸ਼ੁਰੂਆਤ ਕੀਤੀ। ਪੰਥ ਦਾ ਅਰਥ ਹੁੰਦਾ ਰਸਤਾ। ਪੰਥ ਦਾ ਅੱਖਰੀ ਅਰਥ ਕਰਾਂਗੇ ਆਪਾਂ ਰਾਹ, ਮਾਰਗ, ਸੜਕ। ਉਹ ਰਸਤਾ ਜਿਹੜਾ ਕਿਸੇ ਮੰਜ਼ਿਲ ਨੂੰ ਜਾਂਦਾ ਹੋਵੇ, ਉਹਨੂੰ ਪੰਥ ਕਹਿੰਦੇ ਨੇ। ਔਰ ਪੰਥ ਸ਼ਬਦ ਕੱਲਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਹੀਂ, ਗੁਰੂ ਸਾਹਿਬਾਨਾਂ ਤੋਂ ਪਹਿਲਾਂ ਵੀ ਵਰਤਿਆ ਗਿਆ। 1173 ਈਸਵੀ ਵਿੱਚ ਬਾਬਾ ਫਰੀਦ ਸਾਹਿਬ ਦਾ ਪ੍ਰਕਾਸ਼ ਹੈ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ। 1173 ਵਿੱਚ ਬਾਬੇ ਫਰੀਦ ਦਾ ਜਨਮ ਹੁੰਦਾ ਹੈ। ਔਰ ਬਾਬਾ ਫਰੀਦ ਸਾਹਿਬ ਗੁਰਬਾਣੀ ਦੇ ਅੰਦਰ ਇਹ ਸ਼ਬਦ ਵਰਤਦੇ ਨੇ। ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਤੁਹਾਨੂੰ ਯਾਦ ਹੈ ਬਾਬਾ ਫਰੀਦ ਸਾਹਿਬ ਕਹਿਣਗੇ ਬਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ, ਤਿਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਉੱਥੇ ਵੀ ਸ਼ਬਦ ਪੰਥ ਵਰਤਿਆ। ਪੰਥ ਦਾ ਅਰਥ ਰਸਤਾ। ਉਹਦੇ ਅਰਥ ਭਾਵ ਨੇ ਭਾਈ ਸਵੇਰੇ ਸਵੇਰੇ ਆਪਣੇ ਪੰਥ ਦੀ, ਰਸਤੇ ਦੀ, ਮਾਰਗ ਦੀ ਸੰਭਾਲ ਕਰ। ਇਸ ਤੋਂ ਪਹਿਲਾਂ ਕਿ ਸੂਰਜ ਡੁੱਬ ਜਾਏ, ਰਾਤ ਪੈ ਜਾਏ, ਤੈਨੂੰ ਰਸਤਾ ਲੱਭ ਲੈਣਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਇਲਮ ਹੋਵੇ ਕਿ ਮੇਰੀ ਮੰਜ਼ਿਲ ਦੂਰ ਹੈ, ਤਾਂ ਸਾਧ ਸੰਗਤ ਤੋਂ ਆਖਰੀ ਵਸ ਦੀ ਉਡੀਕ ਨਹੀਂ ਕਰਦੇ ਕਿ ਅਖੀਰਲੀ ਵਸੇ ਚੱਲ ਜਾਂਗੇ। ਉਹਨਾਂ ਨੂੰ ਡਰ ਹੈ ਭਾਈ ਮੰਜ਼ਿਲ ਦੂਰ ਹੈ, ਛੇਤੀ ਤੁਰਨਾ ਪਏਗਾ। ਉਹ ਵਕਤ ਤੋਂ ਪਹਿਲਾਂ ਤੁਰ ਪੈਂਦੇ ਨੇ। ਉੱਥੇ ਬਾਬਾ ਫਰੀਦ ਸਾਹਿਬ ਨੇ ਇਹ ਗੱਲ ਕਹੀ, ਜੇ ਤੂੰ ਭਲਿਆ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਤਾਂ ਹੁਣੇ ਹੀ ਪੰਥ ਦੀ ਸੰਭਾਲ ਕਰ, ਸਵੇਰੇ ਸਵੇਰੇ ਮਾਰਗ ਦੀ ਸੰਭਾਲ ਕਰ। ਭਾਵ ਅਜੇ ਤੇਰਾ ਸਰੀਰ ਤੰਦਰੁਸਤ ਹੈ, ਭਰ ਜਵਾਨੀ ਹੈ, ਹੁਣੇ ਰੱਬ ਦੇ ਮਾਰਗ ਤੇ ਤੁਰ ਪਾ। ਬੁੱਢੇ ਹੋਣ ਦੀ ਉਡੀਕ ਨਾ ਕਰ, ਕਿਉਂਕਿ ਬਹੁਤੀਆਂ ਗੱਲਾਂ ਬੁਢੇਪੇ ਵਿੱਚ ਨਹੀਂ ਹੋ ਸਕਣਗੀਆਂ। ਬੁੱਢਾ ਹੋ ਕੇ ਤੂੰ ਗੁਰਦੁਆਰੇ ਆ ਨਹੀਂ ਸਕੇਗਾ। ਤੈਨੂੰ ਤਾਂ 2 ਪੌਡੇ ਚੜਾਉਣ ਲਈ ਵੀ ਕੋਈ ਬੰਦਾ ਚਾਹੀਦਾ ਹੈ।
ਹੁਣ ਤਾਂ ਤੂੰ ਆਪਣੇ ਸਰੀਰ ਨਾਲ ਤੰਦਰੁਸਤ ਹੈ, ਆਪੇ ਗੁਰੂ ਘਰ ਆ ਜਾਂਦਾ ਹੈ। ਹੁਣ ਇਹ ਪੰਥ ਦੀ ਸੰਭਾਲ ਕਰ, ਇਸ ਮਾਰਗ ਤੇ ਤੁਰ। ਫਿਰ ਗੁਰੂ ਘਰ ਆਉਣਾ, ਸੰਗਤ ਵਿੱਚ ਆਉਣਾ ਤੇਰੇ ਵਾਸਤੇ ਕਠਿਨ ਹੋ ਜਾਏਗਾ, ਮੁਸ਼ਕਲ ਹੋ ਜਾਏਗਾ। ਅਜੇ ਤੇਰੇ ਕੋਲ ਵਕਤ ਹੈ। ਇਸ ਤੋਂ ਪਹਿਲਾਂ ਕਿ ਬੁਢੇਪਾ ਆ ਜਾਏ, ਭਾਵ ਸੂਰਜ ਡੁੱਬਣ ਲੱਗ ਜਾਏ, ਸ਼ਾਮਾਂ ਪੈ ਜਾਣ, ਤੂੰ ਯਾਦ ਰੱਖ ਰਸਤੇ ਦੀ ਸੰਭਾਲ ਕਰ, ਪੰਥ ਉੱਤੇ ਤੁਰ, ਉਹ ਮਾਰਗ ਤੇ ਤੁਰ ਜਿਹੜਾ ਪਰਮਾਤਮਾ ਵੱਲ ਜਾਂਦਾ ਹੈ। ਇਸ ਗੱਲ ਨੂੰ ਬਾਬਾ ਕਬੀਰ ਸਾਹਿਬ ਨੇ ਕਿਹਾ ਕਿ ਜਬ ਲੰਗ ਜਰਾ ਰੋਗ ਨਹੀਂ ਆਇਆ। ਜਰਾ ਕਹਿੰਦੇ ਨੇ ਬੁਢੇਪੇ ਨੂੰ। ਇਹ ਤੋਂ ਪਹਿਲਾਂ ਕਿ ਬੁਢੇਪਾ ਆ ਜਾਏ, ਅੱਖਾਂ ਦੀ ਰੋਸ਼ਨੀ ਘਟ ਜਾਣੀ ਹੈ, ਸਰੀਰ ਕਮਜ਼ੋਰ ਹੋ ਜਾਣਾ, ਪਹਿਲਾਂ ਸੰਗਤ ਵਿੱਚ ਜਾਇਆ ਕਰ, ਬੈਠਿਆ ਕਰ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਸਰੀਰ ਤੰਦਰੁਸਤ ਹੈ, ਸੰਗਤ ਵਿੱਚ ਆਵੋ ਤਾਂ ਗੱਲਾਂ ਕਰਕੇ ਨਾ ਜਾਇਆ ਕਰੋ, ਇੱਥੇ ਰੱਜ ਕੇ ਲਾਹਾ ਲਓ, ਸੁਰਤ ਜੋੜ ਕੇ ਕਿਹਾ ਕਰੋ ਸਤਨਾਮ ਸ੍ਰੀ। ਤਾਂ ਹਜ਼ੂਰ ਨੇ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਿਨ੍ਹਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਓ, ਤੁਹਾਡੀ ਹਾਜ਼ਰੀ ਲੱਗੇਗੀ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਸ਼ੇਖ ਫਰੀਦਾ ਪੰਥ ਸੁਮਾਰ ਸਵੇਰਾ, ਰਸਤੇ ਦੀ ਭਾਲ ਕਰ ਭਾਈ, ਤੁਰ ਪਾ ਉਸ ਰਸਤੇ ਤੇ। ਖੈਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਔਰ ਗ੍ਰੰਥ ਦੀ ਇਕੱਠੀ ਸ਼ੁਰੂਆਤ ਕੀਤੀ। ਜੇ ਆਪਾਂ ਦੋਵਾਂ ਦੇ ਸਾਧ ਸੰਗਤ, ਮੈਂ ਸੁਰਤ ਤੁਹਾਡੀ ਪ੍ਰਕਾਸ਼ ਤੱਕ ਲੈ ਕੇ ਜਾਣੀ, ਪਰ ਉਸ ਤੋਂ ਪਹਿਲਾਂ ਵੇਸ ਸਮਝੋ ਕੀ ਹੈ। ਜਿਸ ਸ਼ਬਦ ਗੁਰੂ ਦਾ ਪ੍ਰਕਾਸ਼ ਆਪਾਂ ਕਰ ਰਹੇ, ਮਨਾ ਰਹੇ ਹਾਂ ਪੁਰਬ, ਹਰ ਸਾਲ ਮਨਾਈਦਾ, ਉਹ ਸ਼ਬਦ ਹੈ ਕਿ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਸਾਧ ਸੰਗਤ ਇਸ ਤਰ੍ਹਾਂ ਹੈ ਜਿਵੇਂ ਕਿਸੇ ਮੰਜ਼ਿਲ ਵੱਲ ਕੋਈ ਮਾਰਗ, ਕੋਈ ਰਸਤਾ ਜਾਂਦਾ ਹੋਵੇ, ਉਹ ਰਸਤਾ ਪੰਥ ਹੈ, ਉਹਦੇ ਉੱਤੇ ਤੁਰਨਾ। ਜੇ ਕੋਈ ਲਿਖਿਆ ਹੋਵੇ ਕਿ ਚੰਡੀਗੜ੍ਹ ਇੰਨੇ ਕਿਲੋਮੀਟਰ ਹੈ, ਫਲਾਨਾ ਸ਼ਹਿਰ ਇੰਨੇ ਕਿਲੋਮੀਟਰ ਹੈ, ਉਹ ਲਿਖਿਆ ਹੋਇਆ ਸਾਧ ਸੰਗਤ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੈ। ਇਹ ਯਾਦ ਰੱਖਿਓ, ਗੁਰੂ ਦਾ ਉਪਦੇਸ਼ ਗ੍ਰੰਥ ਹੈ ਤੇ ਮੰਨ ਕੇ ਉਸ ਉਪਦੇਸ਼ ਤੇ ਤੁਰਨਾ ਪੰਥ ਹੈ। ਜਿਹੜਾ ਉਸ ਮਾਰਗ ਤੇ ਮੰਨ ਕੇ ਤੁਰ ਰਿਹਾ ਉਹ ਪੰਥ ਦਾ ਪੰਥੀ ਹੈ। ਜਿਹੜਾ ਉਸ ਨੂੰ ਪੜਨ ਮੰਨਣ ਤੋਂ ਬਾਅਦ ਤੁਰਦਾ ਨਹੀਂ ਤੇ ਸਾਧ ਸੰਗਤ ਤੋਂ ਪੰਥ ਦਾ ਪੰਥੀ ਨਹੀਂ। ਕੱਲਾ ਪਹਿਰਾਵਾ ਪਹਿਨਣ ਨਾਲ ਕੋਈ ਧਰਮੀ ਨਹੀਂ ਹੋ ਸਕੇਗਾ, ਉਹਨੂੰ ਗੁਰੂ ਦੇ ਦਿੱਤੇ ਉਪਦੇਸ਼ ਸ਼ਬਦ ਗ੍ਰੰਥ ਉੱਤੇ ਤੁਰਨਾ ਪਏਗਾ। ਜਦੋਂ ਉਹ ਗ੍ਰੰਥ ਦੇ ਉਪਦੇਸ਼ ਨੂੰ ਮੰਨ ਕੇ ਤੁਰਦਾ ਉਦੋਂ ਉਹ ਪੰਥ ਦਾ ਪੰਥੀ ਹੈ। ਦੋਵੇਂ ਚੀਜ਼ਾਂ ਇਕੱਠੀਆਂ ਸਾਹਿਬ ਨੇ ਤੋਰੀਆਂ। ਗ੍ਰੰਥ ਤੇਰੇ ਉਪਦੇਸ਼ ਵਾਸਤੇ ਆ, ਤੈਨੂੰ ਮਾਰਗ ਦੱਸਦਾ, ਪੰਥ ਦਾ ਭਾਵ ਹੈ ਤੂੰ ਉਹਦੇ ਉੱਤੇ ਤੁਰ ਰਿਹਾ। ਔਰ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇਹਨੂੰ ਬਹੁਤ ਸੌਖੇ ਸ਼ਬਦਾਂ ਵਿੱਚ ਕਿਹਾ। ਕਹਿੰਦੇ ਕਿਸੇ ਮੀਲ ਪੱਥਰ ਤੇ ਲਿਖਿਆ ਹੋਵੇ ਇੰਨੇ ਕਿਲੋਮੀਟਰ ਦਿੱਲੀ ਹੈ, ਇੰਨੇ ਕਿਲੋਮੀਟਰ ਫਲਾਨਾ ਸ਼ਹਿਰ ਹੈ, ਭਾਈ ਜੇ ਕੋਈ ਬੰਦਾ ਉਸ ਨੂੰ ਨਾ ਪੜ੍ਹੇ ਤਾਂ ਉਹ ਰਸਤੇ ਤੋਂ ਭਟਕ ਸਕਦਾ ਹੈ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ, ਤੁਸੀਂ ਕਦੇ ਨਹੀਂ ਕਹੋਗੇ ਫਲਾਨਾ ਬੰਦਾ ਮੰਜ਼ਿਲ ਭਟਕ ਗਿਆ। ਮੰਜ਼ਿਲ ਨਹੀਂ, ਹਮੇਸ਼ਾ ਮਾਰਗ ਭਟਕੀਦਾ। ਜਦੋਂ ਕੋਈ ਖੁੰਝਦਾ ਰਸਤੇ ਤੋਂ ਖੁੰਝਦਾ, ਮੰਜ਼ਿਲ ਨਹੀਂ ਭਟਕਦੀ। ਤੁਹਾਨੂੰ ਮੰਜ਼ਿਲ ਤਾਂ ਯਾਦ ਹੈ, ਤੁਸੀਂ ਕਿੱਥੇ ਜਾਣਾ, ਸਿਰਫ ਤੁਸੀਂ ਰਸਤਾ ਭੁੱਲ ਸਕਦੇ ਹੋ। ਏਦਾਂ ਜਦੋਂ ਕਿਸੇ ਨੇ ਮਾਰਗ ਪੰਥ ਤੇ ਰਾਹ ਉੱਤੇ ਚੱਲਣਾ ਹੈ, ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਜਾਣਕਾਰ ਹੋਵੇ, ਅਣਜਾਣ ਬੰਦੇ ਰਸਤੇ ਤੋਂ ਭਟਕ ਸਕਦੇ ਨੇ। ਇਸ ਲਈ ਦੁਨਿਆਵੀ ਤੌਰ ਤੇ ਵੀ ਵਾਰੀ ਜਿਹੜਾ ਰਸਤਾ ਹੈ ਉਹਦੇ ਉੱਤੇ ਲੋਕਾਂ ਨੇ ਮੀਲ ਪੱਥਰ ਲਾ ਦਿੱਤੇ ਨੇ। ਇੰਨੇ ਕਿਲੋਮੀਟਰ ਫਲਾਨਾ ਸ਼ਹਿਰ ਹੈ, ਅੱਗੇ ਜਾ ਕੇ ਲੈਫਟ ਲਓ, ਰਾਈਟ ਲਓ, ਟਰਨ ਲਓ, ਇਹ ਸਭ ਕੁਝ ਲਿਖਿਆ ਹੈ। ਜੇ ਕੋਈ ਉਸ ਮੀਲ ਪੱਥਰ ਨੂੰ ਪੜ੍ਹੀ ਜਾਵੇ ਇੱਕ ਥਾਂ ਤੇ ਖਲੋ ਕੇ ਕਿ ਇੰਨੇ ਕਿਲੋਮੀਟਰ ਫਲਾਨਾ ਸ਼ਹਿਰ ਹੈ, ਇੰਨੇ ਕਿਲੋਮੀਟਰ, ਉਹ ਪਹੁੰਚ ਨਹੀਂ ਸਕੇਗਾ। ਉਹਨੂੰ ਪਹੁੰਚਣ ਵਾਸਤੇ ਉਹਦੇ ਉੱਤੇ ਤੁਰਨਾ ਪੈਂਦਾ। ਔਰ ਜੇ ਕੋਈ ਨਾ ਪੜ੍ਹੇ ਤਾਂ ਉਹ ਰਸਤਾ ਭਟਕ ਸਕਦਾ। ਹੋ ਸਕਦਾ ਇਹ ਰਸਤਾ ਤਾਂ ਮੁੱਕੇਗਾ ਨਹੀਂ, ਉਹ ਬੰਦਾ ਇੱਥੋਂ ਜੀਰਕਪੁਰ ਪੰਚਕੂਲਾ ਅੱਗੇ ਲੰਘ ਜਾਏਗਾ, ਉਹਨੂੰ ਸ਼ਹਿਰ ਵਿੱਚ ਕਿੱਥੇ ਪਹੁੰਚੇਗਾ। ਸੋ ਪਹਿਲੀ ਗੱਲ ਉਹਨੂੰ ਪੜ੍ਹਨਾ ਪਏਗਾ, ਦੂਜੀ ਗੱਲ ਉਹਨੂੰ ਉਸ ਉੱਤੇ ਤੁਰਨਾ ਪਏਗਾ। ਨਾ ਇਕੱਲਾ ਪੜ੍ਹਨ ਵਾਲਾ ਪਾਸ ਹੋਏਗਾ, ਨਾ ਬਿਨਾਂ ਪੜ੍ਹੇ ਤੋਂ ਕੋਈ ਬੰਦਾ ਸਹੀ ਮੰਜ਼ਿਲ ਤੇ ਪਹੁੰਚੇਗਾ। ਦੋਵੇਂ ਚੀਜ਼ਾਂ ਨੇ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਸੁਣਨ ਤੋਂ ਬਾਅਦ ਤੁਰਨਾ ਪੈਣਾ, ਤੇ ਦੂਜਾ ਸਾਹਿਬ ਨੇ ਕਿਹਾ ਇਕੱਲਾ ਪੜ੍ਹਨ ਨਾਲ ਗੱਲ ਨਹੀਂ ਬਣੇਗੀ, ਪੜ੍ਹਨਾ ਵੀ ਪੈਣਾ ਤੇ ਤੁਰਨਾ ਵੀ ਪੈਣਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਪੋਸ਼ਤ ਪੱਥਕ ਤੇ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਵਾਤਨ ਕਹਿ ਜਾਈਏ।
ਭਾਈ ਪੱਥਰ ਨੂੰ ਪੜੀ ਜਾਵੇ ਕੋਈ, ਕਿੰਨੇ ਕਿਲੋਮੀਟਰ ਹੈ, ਕਿਵੇਂ ਪਹੁੰਚੇਗਾ। ਕਹਿੰਦੇ ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੇ, ਹਿਰਦੈ ਵਿਚਾਰ ਕਤ ਸੇਜਾ ਬੋਲਾਈ ਹੈ। ਕਿਸੇ ਸੁਹਾਗਣ ਭੈਣ ਨੂੰ ਦੂਜੀ ਭੈਣ ਪੁੱਛੇ ਤੇਰੇ ਬੱਚੇ ਬੜੇ ਆਗਿਆਕਾਰੀ ਨੇ, ਤੇਰਾ ਘਰ ਬੜਾ ਸੁਖੀ ਹੈ, ਤੇਰੇ ਘਰ ਵਿੱਚ ਕਦੇ ਕੱਲ ਕਲੇਸ਼ ਨਹੀਂ, ਮੈਨੂੰ ਦੱਸ, ਤਾਂ ਉਹ ਰਾਹ ਦੱਸੇ, ਤੇ ਪੁੱਛਣ ਤੋਂ ਬਾਅਦ ਉਹ ਮੰਨੇ ਹੀ ਨਾ, ਉਹ ਗੁਣ ਧਾਰਨ ਨਾ ਕਰੇ ਜਿਹੜੇ ਦੂਜੀ ਭੈਣ ਵਿੱਚ ਨੇ, ਦੱਸੋ ਭਾਈ ਉਹਦੇ ਘਰ ਵਿੱਚ ਕਿਵੇਂ ਸੁੱਖ ਹੋ ਸਕਦਾ। ਇੱਕ ਭੈਣ ਤੋਂ ਕੋਈ ਪੁੱਛ ਰਹੀ ਹੈ ਤੇਰੇ ਬੱਚੇ ਬੜੇ ਲਾਇਕ ਨੇ, ਕਿਵੇਂ ਇਹਨਾਂ ਨੂੰ ਸਮਝਾਉਣੀ ਹੈ, ਉਹਨੇ ਦੱਸ ਦਿੱਤਾ, ਤੇ ਉਹ ਪੁੱਛਣ ਤੋਂ ਬਾਅਦ ਉਹ ਘਰ ਵਿੱਚ ਉਸ ਚੀਜ਼ ਨੂੰ ਲਾਗੂ ਨਾ ਕਰੇ ਤਾਂ ਕਿਵੇਂ ਘਰ ਸੁਖੀ ਹੋ ਸਕਦਾ ਹੈ। ਕੋਈ ਵੈਦ ਡਾਕਟਰ ਕੋਲ ਮੈਡੀਸਨ ਲੈਣ ਚਲਾ ਜਾਏ, ਲਿਆ ਕੇ ਘਰ ਰੱਖ ਲੈ, ਤੰਦਰੁਸਤ ਕਿਵੇਂ ਹੋ ਸਕਦਾ, ਉਹਨੂੰ ਦਵਾਈ ਖਾਣੀ ਪਏਗੀ। ਇਦਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਪੂਛਤ ਹੈ ਵੈਦ ਖਾ ਤੋ ਖੁਦ ਨ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈ ਹੈ। ਗਾਏ ਸੁਣੇ ਆਖੇ ਮੀਚੇ ਪਾਈਏ ਨ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈ ਹੈ। ਨਾ ਤੁਹਾਨੂੰ ਕੋਈ ਰਹਿਤ ਮਿਲੀ ਹੈ, ਨਾ ਸਾਧ ਸੰਗਤ ਸਾਡੇ ਵਾਸਤੇ ਕੋਈ ਰਹਿਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਹਾਜ਼ ਨਾ ਤੁਹਾਡੇ ਨਾਲ ਹੈ ਨਾ ਸਾਡੇ ਨਾਲ ਹੈ, ਭਾਵ ਸੁਣਨ ਵਾਲਿਆਂ ਉੱਤੇ ਵੀ ਤੇ ਸੁਣਾਉਣ ਵਾਲਿਆਂ ਤੇ ਵੀ ਲਾਗੂ ਹੈ। ਦੋਵਾਂ ਨੂੰ ਕਹਿ ਦਿੱਤਾ ਗਾਏ ਸੁਣੇ ਆਖੇ ਮੀਚੇ, ਸਾਨੂੰ ਕਿਹਾ ਭਾਈ ਤੁਸੀਂ ਸੁਣਾਉਂਦੇ ਹੋ ਗਾ ਕੇ, ਤਾਂ ਕੱਲਾ ਗਾਉਣ ਨਾਲ ਤੁਹਾਡੀ ਗੱਲ ਨਹੀਂ ਬਣਨੀ, ਸੁਣਨ ਵਾਲਿਆਂ ਨੂੰ ਕਿਹਾ ਕੱਲਾ ਸੁਣਨ ਨਾਲ ਨਹੀਂ ਬਣਨਾ। ਮਹਾਰਾਜ ਫਿਰ ਕਹਿੰਦੇ ਦੋਵਾਂ ਨੂੰ ਮਾਰਗ ਤੇ ਤੁਰਨਾ ਪੈਣਾ। ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈ ਹੈ। ਇਹਨੂੰ ਮਹਾਰਾਜ ਕਈ ਵਾਰ ਹੁਕਮਨਾਮਾ ਬਖਸ਼ਦੇ ਨੇ, ਜਿੱਥੇ ਹਜ਼ੂਰ ਕਹਿਣਗੇ ਗਾਵਿਆ ਸੁਣਿਆ ਤਿਨ ਕਾ, ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰ ਮੰਨੀ। ਭਾਈ ਜਿਹਨੇ ਗੁਰੂ ਦਾ ਹੁਕਮ ਸਤ ਕਰਕੇ ਮੰਨ ਲਿਆ। ਸੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਗ੍ਰੰਥ ਦੀ ਸ਼ੁਰੂਆਤ ਕੀਤੀ ਉੱਥੇ ਨਾਲ ਪੰਥ ਵੀ ਦਿੱਤਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਫਿਰ ਉਹ ਪੰਥ ਬਿਲਕੁਲ ਨਿਰਮਲ ਨਿਰੱਲਾ, ਦੂਜਿਆਂ ਨਾਲ ਨਹੀਂ ਮਿਲਦਾ, ਉਹ ਰਸਤਾ ਬਿਲਕੁਲ ਦੂਜਿਆਂ ਨਾਲੋਂ ਵੱਖਰਾ। ਤੁਸੀਂ ਕਹੋਗੇ ਵੱਖਰਾ ਰਸਤਾ ਤੋਰਨ ਦੀ ਕੀ ਲੋੜ ਸੀ, ਧਰਮ ਤਾਂ ਪਹਿਲੇ ਚੱਲ ਰਹੇ ਸਨ, ਫਿਰ ਗੁਰੂ ਨੂੰ ਵੱਖਰਾ ਪੰਥ ਮਾਰਗ ਤੋਰਨ ਦੀ ਕੀ ਜ਼ਰੂਰਤ ਪੈ ਗਈ। ਬਾਬਾ ਕਬੀਰ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਭਾਈ ਇਹ ਧਰਮ ਦੇ ਮਾਰਗ ਉੱਤੇ ਲੁਟੇਰੇ ਪੈਦਾ ਹੋ ਗਏ ਸੀ, ਇਸ ਲਈ ਗੁਰੂ ਨੇ ਇੱਕ ਵੱਖਰਾ ਮਾਰਗ ਦਿੱਤਾ ਹੈ। ਆ ਭਾਈ ਇਸ ਰਸਤੇ ਤੇ ਜਾਏਗਾ, ਲੁੱਟਿਆ ਨਹੀਂ ਜਾਏਗਾ। ਅਨੇਕਾਂ ਰਸਤੇ ਉਹ ਨੇ ਜਿਨ੍ਹਾਂ ਦੇ ਦੁਨਿਆਵੀ ਤੌਰ ਤੇ ਵੀ ਤੁਹਾਨੂੰ ਡਰ ਲੱਗਦਾ ਹੈ। ਕਈ ਬੰਦੇ ਕਹਿ ਦੇਣਗੇ ਫਲਾਨਾ ਰਸਤਾ ਰਾਤ ਨੂੰ ਸੁਣਨਾ ਹੈ, ਭਾਈ ਉਹ ਲੰਡਰਾਂ ਵਾਲੇ ਰਸਤੇ ਨਾ ਜਾਈ, ਉੱਥੇ ਲੁੱਟ ਲੈਂਦੇ ਨੇ। ਏਦਾਂ ਗੁਰੂ ਨੇ ਲੋਕਾਂ ਨੂੰ ਸੁਚੇਤ ਕੀਤਾ, ਨਿਰਮਲ ਪੰਥ ਤੇ ਨਿਰਾਲਾ ਪੰਥ ਦਿੱਤਾ। ਉਹ ਰਸਤਾ ਜਿਹਦੇ ਉੱਤੇ ਗੁਰੂ ਨੇ ਕਿਹਾ ਹੁਣ ਤੂੰ ਲੁੱਟਿਆ ਨਹੀਂ ਜਾਏਗਾ। ਪਹਿਲੇ ਰਸਤਿਆਂ ਤੇ ਲੋਕ ਲੁੱਟ ਰਹੇ ਸਨ, ਦੁਨੀਆ ਨੂੰ ਕੈਦੀ ਕਰ ਲਿਆ ਸੀ। ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਕੈਸਾ ਰਸਤਾ ਸੀ। ਕਬੀਰ ਕਾਗਦ ਕੀ ਓਬਰੀ, ਓਬਰੀ ਦਾ ਅਰਥ ਕਿਲਾ, ਕੈਦ, ਜੇਲ੍ਹ। ਕਹਿੰਦੇ ਧਰਮ ਦੇ ਨਾਮ ਉੱਤੇ ਪੰਡਤ ਨੇ ਕੈਦ ਬਣਾ ਦਿੱਤੀ ਲੋਕਾਂ ਵਾਸਤੇ, ਜੇਲ੍ਹ ਬਣਾ ਦਿੱਤੀ। ਜੇਲ੍ਹ ਕੈਦ ਉਹਨੂੰ ਕਹਿੰਦੇ ਨੇ ਜਿੱਥੇ ਨਾ ਕੋਈ ਆਪਣੀ ਆਗਿਆ ਤੋਂ ਬਗੈਰ ਆ ਸਕਦਾ ਤੇ ਨਾ ਕੋਈ ਆਪਣੀ ਮਰਜ਼ੀ ਨਾਲ ਬਾਹਰ ਜਾ ਸਕਦਾ, ਨਾ ਉਹਦੀ ਬਾਹਰ ਜਾਣ ਦੀ ਕੋਈ ਮਰਜ਼ੀ ਹੈ ਨਾ ਅੰਦਰ ਆਉਣ ਦੀ ਮਰਜ਼ੀ। ਉਹਨੇ ਬਾਹਰ ਜਾਣਾ ਤਾਂ ਵੀ ਆਗਿਆ ਚਾਹੀਦੀ ਹੈ, ਅੰਦਰ ਆਉਣਾ ਤਾਂ ਵੀ ਆਗਿਆ ਚਾਹੀਦੀ। ਉਹਨੂੰ ਕੈਦ ਕਹਿੰਦੇ ਨੇ। ਜਿਹਨੂੰ ਅੰਦਰ ਬਾਹਰ ਜਾਣ ਵਾਸਤੇ ਆਗਿਆ ਲੈਣੀ ਪਏ ਉਹਨੂੰ ਕੈਦੀ ਕਹਿੰਦੇ ਨੇ। ਕਹਿੰਦੇ ਨੇ ਧਰਮ ਦੀ ਦੁਨੀਆ ਦੇ ਅੰਦਰ ਕਾਗਜ਼ਾਂ ਦੀ ਗ੍ਰੰਥਾਂ ਬਣਾ ਕੇ ਗ੍ਰੰਥ ਲੋਕਾਂ ਨੇ ਕੈਦ ਕਰ ਲਿਆ ਲੋਕਾਂ ਨੂੰ। ਬਈ ਸਾਡੇ ਮੁਤਾਬਕ ਜੱਗ ਕਰੋਗੇ ਤਾਂ ਬਚੋਗੇ, ਸਾਡੇ ਮੁਤਾਬਕ ਆ ਕਰੋਗੇ ਤਾਂ ਬਚੋਗੇ। ਉਹ ਲੋਕਾਂ ਨੂੰ ਇਸ ਤਰ੍ਹਾਂ ਕੈਦ ਕਰ ਲਿਆ। ਮਸ ਕੇ ਕਰਮ ਕਪਾਟ, ਅੱਖਰਾਂ ਸਿਆਹੀ ਦੇ ਉਹਨੂੰ ਦਰਵਾਜ਼ੇ ਲਾ ਦਿੱਤੇ, ਉਹਨਾਂ ਤੋਂ ਬਗੈਰ ਤੁਸੀਂ ਚੱਲ ਹੀ ਨਹੀਂ ਸਕੋਗੇ। ਪਾਹਨ ਬੋਰੀ ਪ੍ਰਥਮੀ, ਪੰਡਤ ਪਾੜੀ ਬਾਟ। ਕਹਿੰਦੇ ਲੋਕਾਂ ਦੇ ਗਲ ਪੱਥਰ ਬੰਨ ਕੇ ਡੋਬ ਦਿੱਤੇ ਲੋਕ। ਤੇ ਭਗਤ ਕਬੀਰ ਸਾਹਿਬ ਕਹਿੰਦੇ ਪੰਡਤ ਨੇ ਪਾੜੀ ਬਾਟ ਦਾ ਅਰਥ ਹੈ ਰਸਤਾ ਭਟਕਾ ਦਿੱਤੇ, ਉਹ ਲੁੱਟਣ ਵਾਲੇ ਰਾਹ ਤੇ ਦੁਨੀਆ ਨੂੰ ਪਾ ਦਿੱਤਾ। ਅੱਜ ਵੀ ਤੁਸੀਂ ਵੇਖੋਗੇ ਜਿਹੜੇ ਗੁਰੂ ਨਾਲੋਂ ਟੁੱਟੇ ਨੇ, ਸਾਧ ਸੰਗਤ
उन्होंने पंडितां कोलों पुछ के चलना पैंदा है। आ मुहूर्त दस्यो जी, शुभ शुभ तिनी नींह पत्थर रखने, बच्चे का विआह का साहा कढ़ाउणा है, वो पुछते फिरते हैं। जे उन्होंने कोई कह दे अज मंगलवार तुहाडे वास्ते सही नहीं, वो बेचारे कहते हैं मुहूर्त कढ़ दिओ जी। किसी बच्चे का जन्म मंगलवार हो जाए, कहते मंगलीक हो गया। गुरु तो टुटे हुए लोग इन्ने डरे हुए ने, अज भी कैद विच बहमा भरमा की कैद विच रहिंदे ने। जे कोई माई शनिवार वीरवार केस नहा लै, घर दियां कई बहमां च फसियां बीबियां कहणगियां तू अज बाल क्यों धो लै, केस क्यों नहा लै, अज तां शनिवार है। इत्थों तक रस्ते चों कोई बिल्ली कट जाए, काली बिल्ली लंघ जाए, वो बेचारे भरम विच सोग विच पै जांदे ने, राह कट दित्ता बिल्ली ने, वो भरमां विच रहिंदे ने। मैनू एक सज्जन कपूरथले मिले, देखो भरम किदां दी कैद है साध संगत। वो माई कहती भाई साहब असीं अमृतधारी हैं, गुरु नूं मन्नण वाले, पर साडे नाल इस तरह हो गया, आंढ गुआंढ जिन्नियां माइयां जदों असीं बैठी दे वो मैं भरम की गल करदियां, मोहरियों काली बिल्ली लंघ गई, हाय अपशगन हो गया, फलाने का इदा नुकसान हो गया। कहनी असीं क्या असीं ते नहीं मनदे। एक दिन कहती मैं ते मेरे सरदार जी स्कूटर कढ़िया, घरों निकलण लगे, मोहरियों काली बिल्ली लंघ गई। तो माई कहती भाई साहब मेरे मन च भरम आ गया, वे इदा माइयां कहनियां होंदियां किते कुछ हो नहीं ना जाए, किते कोई नुकसान ही ना हो जाए, बिल्ली ने राह जूं कटता। जदों मन विच भरम आया उदों याद रखियो, जे प्रतीत तो विश्वास तो भरोसे तो तुसीं थिड़क गए, फिर गुरु ने तुहाडे लई काम नहीं करना, वो चीज हो के रहेगी जिहड़ी मन विच आ गई है। जिहड़ा भरम मन विच पै गया वो तुहानूं नुकसान देगा। जदों मन च भरम आया कुछ हो नहीं ना जाए, वो कहनी भाई साहब अजे असीं रेल कोच फैक्ट्री लंघे सी, इन्ने नूं अचानक मोरे गड्डी वाले ने ब्रेक मार दी, मैं ते मेरे सरदार जी स्कूटर तो डिग गए, रगड़ां लगियां सट्टां लगियां, घर आ गए, उंज बचाव हो गया, कोई वड्डी सट नहीं लगी। तो कहनी जदों घर आए असीं आंढ गुआंढ च रौला पै गया, डिग पे ने फलाने स्कूटर तो, गुआंढणां पुछण आ गईयां। कहनी जदों मैं वो माई नूं दस्सिया, कहनी अज साडे मोहरियों काली बिल्ली लंघ गई, वो नाल दियां बीबियां आंढ गुआंढ बोलियां, कहनी असीं तैनूं कहनियां ये गल हुंदी आ, तुसीं मनदे ही नहीं, ये गल्लां हुंदियां ने। मन दे अंदर भरम पै गया। जदों तुसीं भरम दी कैद विच चले गए, फिर तुसीं गुलाम हो गए, हुण ओहदे हुक्म तो ओहदी आग्या तो पिछे अगे नहीं जा सकोगे। गुरु ने सिख नूं आजाद किया, तू भरमां दे गढ़ चों बाहर निकलने, फुटो अंडा भरम का मने भया प्रगास, गुर काटी बेड़ी पग्गे ते किन्नी बंद खलास। गुरु सिख दे पैर दी कैद बेड़ियां कट दिंदा। सिखा तू फिर नराले पंथ दा पंधी हो गया, तू निर्मल पंथ दा पंधी हो। ਜਿਹੜਾ गुरु ने निराला पंथ हो रहा है, जिहदे विच जदों तुसीं गुरु ग्रंथ साहिब की बाणी पढ़ोगे, कल्ला प्रकाश पुरब मनाउणा नहीं, जदों मनाउंदिआं बाणी का हिरदे च प्रकाश हो गया, पुछ के गुरु के मार्ग ते तुर पए, उदों फिर तुहानूं याद रहेगा कोई दिन माड़ा नहीं है, कोई मुहूर्त माड़ा नहीं है, कोई सगन अपसगन नहीं। तुहानूं गुरु ग्रंथ साहिब उपदेश देण लग पैणगे कि महादिवस मूरत भले, पढ़ो महादिवस मूरत भले, महादिवस मूर। भाई दिन महीना मुहूर्त सब भले ही आ, कदों जदों वाहिगुरू चेते आउंदा। पढ़ो महादिवस मूरत भले, जिसको नदर करे, नानक मंगे दर्श दान, कृपा करो हरे। भाई रब चेते आवे, कोई सगन अपसगन। साहब ने कहा सगन अपसगन तिस को लगे, लगदे आ लोकां नूं, अपसगन भी लगदा भाई, वे अपशगन हो गया, किन्हां वास्ते? तुहाडे वास्ते नहीं है, वो उन्हां वास्ते आ जिस चीत न आवे, सगन अपसगन तिस को लगे, जिस चीत न आवे। जिन्हों रब चेते नहीं, जिन्हों वाहिगुरु का उपदेश याद नहीं, याद रखे उन्होंने सगन भी है अपसगन भी है, उन्होंने नज़र भी लगती है, उहदे लई दिन चंगे माड़े भी ने। इसलिए सच्चे पातशाह ने कहा भाई तू गुरु के मार्ग ते ग्रंथ नूं पुछ के चलना, फिर तू समझो पंथ दा पंधी हो गया। ग्रंथ ते पंथ कट्ठे दिते, इनू गुरु ने निराला पंथ कहा। जदों निराले चलोगे लोगों नूं चंगे नहीं लगोगे। ये ठीक है,
ਪੜ੍ਹੀ ਲਿਖੀ ਨੌ ਨਾਲ ਕੋਈ ਸੱਸ ਨਾਰਾਜ਼ ਹੋ ਸਕਦੀ ਹੈ, ਤੂੰ ਤਾਂ ਸ਼ਨੀਵਾਰ ਮੰਗਲਵਾਰ ਦੀ ਵਿਚਾਰ ਹੀ ਨਹੀਂ ਕਰਦੀ, ਤੂੰ ਤੇ ਸ਼ਨੀਵਾਰ ਵੀ ਕੇਸ ਧੋ ਲੈਂਦੀ ਹੈ, ਤੂੰ ਤੇ ਸਗਨ ਅਪਸਗਨ ਦੀ ਵਿਚਾਰ ਨਹੀਂ ਕਰਦੀ। ਸਾਧ ਸੰਗਤ ਨਰਾਲੇ ਚੱਲੋਗੇ, ਲੋਕਾਂ ਨੂੰ ਪਸੰਦ ਨਹੀਂ ਆਉਂਗੇ, ਇਹ ਤੁਹਾਡੇ ਨਾਲ ਨਹੀਂ। ਸਾਹਿਬ ਨੇ ਬਾਣੀ ਅੰਦਰ ਕਿਹਾ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਸੱਚ ਦੇ ਮਾਰਗ ਤੇ ਤੁਰੋਗੇ, ਝੂਠੇ ਬੰਦੇ ਤੁਹਾਡੇ ਨਾਲ ਈਰਖਾ ਵੀ ਕਰ ਸਕਦੇ। ਇਸ ਨਰਾਲੇ ਪੰਥ ਨੂੰ ਵੇਖ ਕੇ, ਨਿਰਮਲ ਪੰਥ ਦੀ ਤਕਲੀਫ ਬਹੁਤਿਆਂ ਨੂੰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਜੋਗੀਆਂ ਨੂੰ ਹੋਈ, ਇਕੱਠੇ ਹੋ ਗਏ ਜੋਗੀ। ਜਦੋਂ ਪਾਤਸ਼ਾਹ ਨੇ ਨਾਨਕ ਮਤੇ ਰਹਿਣ ਉਹ ਜਗ੍ਹਾ ਤੇ ਜਿੱਥੇ ਗੋਰਖ ਮਤੇ ਦਾ ਟਿੱਲਾ ਸੀ, ਜਿਹੜਾ ਗੋਰਖ ਦੀ ਰਹਿ ਸੀ, ਜਿੱਥੇ ਲੋਕ ਗੋਰਖ ਦੀ ਮਤ ਨੂੰ ਮੰਨਦੇ ਸੀ, ਪਾਤਸ਼ਾਹ ਨੇ ਐਸਾ ਨਰਾਲੇ ਪੰਥ ਸ਼ਬਦ ਦਾ ਪ੍ਰਕਾਸ਼ ਕੀਤਾ। ਸ਼ਬਦ ਦੇ ਪ੍ਰਕਾਸ਼ ਨਾਲ ਲੋਕਾਂ ਦੀ ਮਤ ਉਜਲੀ ਹੋ ਗਈ ਤੇ ਉਹਨਾਂ ਗੋਰਖ ਮਤੇ ਭਾਵ ਗੋਰਖ ਦੀ ਮਤ ਛੱਡ ਕੇ ਗੁਰੂ ਨਾਨਕ ਦੀ ਮਤ ਲੈ ਲਈ। ਉਹ ਜਗ੍ਹਾ ਦਾ ਨਾਮ ਪੈ ਗਿਆ ਨਾਨਕ ਮਤਾ। ਗੋਰਖ ਦੀ ਮਤ ਲੋਕ ਮੰਨਣੋਂ ਹਟ ਗਏ, ਗੁਰੂ ਨਾਨਕ ਸਾਹਿਬ ਦੀ ਮਤ ਧਾਰਨ ਕਰ, ਉਹ ਜਗ੍ਹਾ ਦਾ ਨਾਮ ਗੁਰੂ ਨਾਨਕ ਮਤਾ ਪੈ ਗਿਆ। ਤੇ ਜਦੋਂ ਪਾਤਸ਼ਾਹ ਦੂਜੀ ਵਾਰ ਸੁਮੇਰ ਪਰਬਤ ਗਏ, ਉੱਥੇ ਸਿੱਧ ਜੋਗੀ ਇਕੱਠੇ ਹੋ ਗਏ। ਉਹਨਾਂ ਕਿਹਾ, ਇੰਨੀ ਛੋਟੀ ਉਮਰ ਦਾ ਨਾਨਕ ਜਿਹਨੇ ਆਪਣੀ ਮਤ ਦਾ ਪ੍ਰਕਾਸ਼ ਕੀਤਾ, ਗੋਰਖ ਦੀ ਮਤ ਉੱਥੇ ਲੋਕਾਂ ਨੂੰ ਮੰਨਣ ਤੋਂ ਹਟਾ ਦਿੱਤਾ, ਇਹਨੂੰ ਆਪਣੇ ਪੰਥ ਵਿੱਚ ਲਿਆਓ, ਇਹ ਤਾਂ ਸਾਡੇ ਪੰਥ ਨੂੰ ਬੜਾ ਉੱਚਾ ਲੈ ਜਾਏਗਾ ਜੋਗੀਆਂ ਦੇ ਨੂੰ। ਕਿਉਂ ਸਾਡੀ ਉਮਰ 150-200 ਸਾਲ ਦੀ ਹੋ ਗਈ, ਜੇ ਅਸੀਂ ਸਿਆਣੀ ਗੱਲ ਵੀ ਕਰੀਏ ਲੋਕੀ ਕਹਿਣਗੇ ਤਾਂ ਬੁੱਢੇ ਹੋ ਗਏ ਨੇ। ਬੁੱਢੇ ਹੋ ਕੇ ਵੈਸੇ ਬੰਦੇ ਨੂੰ ਅਕਲ ਆ ਜਾਂਦੀ ਹੈ, ਪਰ ਗੁਰੂ ਨਾਨਕ ਤਾਂ ਜੇ ਕੱਕੀ ਕਾਲੀ ਦਾੜੀ ਹੈ ਗੁਰੂ ਨਾਨਕ ਦੀ, ਇਹਨਾਂ ਨੂੰ ਆਪਣੇ ਪੰਥ 'ਚ ਲਿਆਈਏ, ਬੜਾ ਉਜਾਲਾ ਕਰੇਗਾ। ਫਿਰ ਸਿੱਧਾਂ ਨੇ ਕੀ ਕੀਤਾ, ਕਰਾਮਾਤ ਨਾਲ ਗੁਰੂ ਨਾਨਕ ਨੂੰ ਆਪਣੇ ਪੰਥ ਵਿੱਚ ਲਿਆਉਣਾ ਚਾਹਿਆ। ਭਾਈ ਗੁਰਦਾਸ ਸਾਹਿਬ ਲਿਖਦੇ, ਸਿੱਧੀ ਮਨੈ ਵਿਚਾਰਿਆ ਕਿਵ ਦਰਸ਼ਨ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਉੱਥੇ ਵੀ ਪੰਥ, ਸਾਡੇ ਰਸਤੇ ਨੂੰ, ਪੰਥ ਨੂੰ, ਮਾਰਗ ਨੂੰ, ਧਰਮ ਨੂੰ ਉਜਾਲਾ ਕਰੇ। ਇੱਕ ਸ਼ਬਦ ਆਇਆ ਦਰਸ਼ਨ। ਦਰਸ਼ਨ ਦਾ ਅਰਥ ਅੱਖਾਂ ਨਾਲ ਦੇਖਣਾ ਨਹੀਂ ਹੁੰਦਾ। ਦਰਸ਼ਨ ਦਾ ਅਰਥ ਹੈ ਸਿਧਾਂਤ ਲੈਣੇ, ਦਰਸ਼ਨ ਦਾ ਅਰਥ ਹੈ ਉਪਦੇਸ਼ ਧਾਰਨ ਕਰਨਾ, ਦਰਸ਼ਨ ਦਾ ਅਰਥ ਹੈ ਜੋ ਅੱਖਾਂ ਨਾਲ ਤੁਸੀਂ ਵੇਖਿਆ, ਤੁਹਾਡੇ ਦਿਮਾਗ, ਤੁਹਾਡੀ ਬੁੱਧੀ ਸੋਚਣ ਤੇ ਮਜਬੂਰ ਹੋ ਜਾਏ, ਉਹਨੂੰ ਕਹਿੰਦੇ ਨੇ ਦਰਸ਼ਨ। ਇਸ ਲਈ ਤੁਸੀਂ ਹਰ ਰੋਜ਼ ਅਰਦਾਸ ਵਿੱਚ ਸੁਣਦੇ ਹੋ, ਜਦੋਂ ਅਰਦਾਸੀਆਂ ਅਰਦਾਸ ਕਰਦੇ ਨਾ, ਉਦੋਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖਲੋ ਕੇ ਪਹਿਲੇ 10 ਪਾਤਸ਼ਾਹੀਆਂ ਦਾ ਨਾਮ ਲੈਣ ਤੋਂ ਬਾਅਦ ਫਿਰ ਅਰਦਾਸੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਸ਼ਬਦ ਪਤਾ ਕੀ ਵਰਤਦਾ, 10 ਪਾਤਸ਼ਾਹੀਆਂ ਕੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉੱਥੇ ਦਰਸ਼ਨ ਤੇ ਦੀਦਾਰ ਵਿੱਚ ਫਰਕ ਹੈ। ਦੀਦਾਰ ਦਾ ਅਰਥ ਹੈ ਅੱਖਾਂ ਨਾਲ ਵੇਖਣਾ, ਦੀਦਾਰ ਦਾ ਅਰਥ ਹੈ ਅੱਖਾਂ ਨਾਲ ਜੋ ਵੇਖਿਆ। ਬਾਹਰੋਂ ਸ਼ਬਦ, ਗ੍ਰੰਥ, ਅੱਖਰ, ਰਮਾਲਾ, ਇਹ ਦੀਦਾਰ ਕਰ ਰਹੇ ਹੋ ਤੁਸੀਂ। ਇਹਨੂੰ ਸਾਹਿਬ ਨੇ ਬਾਣੀ ਅੰਦਰ ਕਿਹਾ, ਦੀਦਨ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ। ਅੱਖਾਂ ਨਾਲ ਦੀਦ ਕਰਨਾ ਦੀਦਾਰ, ਤੇ ਦਰਸ਼ਨ ਕੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਉਸ ਉਪਦੇਸ਼ ਨੂੰ ਧਾਰਨ ਕਰਨਾ ਦਰਸ਼ਨ ਹੈ। ਦੀਦਾਰ ਬਾਹਰੋਂ ਤੇ ਦਰਸ਼ਨ ਸਿਧਾਂਤ ਧਾਰਨ ਕਰਨਾ। ਜੋਗੀਆਂ ਨੇ ਸੋਚਿਆ ਕਿਵੇਂ ਨਾਨਕ ਮਹਾਰਾਜ ਸਾਡਾ ਸਿਧਾਂਤ ਲੈਣ, ਇੰਨੀ ਉਮਰ, ਛੋਟੀ ਉਮਰ ਵਿੱਚ ਸਾਡੇ ਸਿਧਾਂਤ ਨੂੰ ਧਾਰਨ ਕਰ ਲੈਣ। ਸਿੱਧੀ ਮਨੈ ਵਿਚਾਰਿਆ ਪੜੋ ਕਿਵ ਦਰਸ਼ਨ ਲੈਵੈ ਬਾਲਾ। ਤੇ ਫਿਰ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਕੀ ਕਰੀਏ। ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਜੇ ਸਾਡੇ ਪੰਥ ਚ ਆ ਜਾਏ ਬੜਾ ਉਜਾਲਾ ਕਰੇਗਾ, ਕਿਉਂ ਇਹਦੀ ਉਮਰ ਅਜੇ ਛੋਟੀ ਹੈ, ਲੋਕੀ ਪ੍ਰਭਾਵਿਤ ਹੋਣਗੇ। ਜਿਹਦੀ ਮੱਤ ਲੈ ਕੇ ਗੋਰਖ ਦੀ ਮੱਤ ਲੋਕ ਮੰਨਣੋਂ ਹਟ ਗਏ, ਇਹ ਬਹੁਤ ਵੱਡਾ ਹੈ। ਤੇ ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਵੇਂ ਭਰਮਾਈਏ। ਜੋਗੀਆਂ ਨੇ ਇੱਕ ਕੰਮ ਕੀਤਾ, ਕਹਿੰਦੇ ਕਰਾਮਾਤ ਦਿਖਾਉਂਦੇ ਆ, ਪ੍ਰਭਾਵਿਤ ਹੋ ਜਾਣਗੇ। ਸਿੱਧ ਜੋਗੀ ਸਿਆਣੇ ਸਨ, ਇੱਕ ਖੱਪਰ ਕੋਲਾ ਦੇ ਕੇ ਕਹਿੰਦੇ ਬਾਬਾ ਪਾਣੀ ਪੀਣਾ, ਉਹ ਨਦੀ ਵਗਦੀ ਹੈ, ਪਾਣੀ ਦੀ ਪਹਿਲਾਂ ਭਰ ਕੇ ਲਿਆਓਗੇ।
ਪਾਤਸ਼ਾਹ ਨੇ ਕਿਹਾ ਮੈਂ ਗੁਰਮੁਖਾਂ ਦੀ ਭਾਲ ਕਰ ਰਿਹਾ, ਸੇਵਾ ਕਰ ਰਿਹਾ। ਭਾਈ ਤੁਸੀਂ ਵੱਡੀਆਂ ਉਮਰਾਂ ਦੇ ਤਪਸਵੀ ਜੋਗੀ ਹੋ, ਲਿਆਓ ਖੱਪਰ ਦਿਓ, ਮੈਂ ਸੇਵਾ ਕਰਨੀ ਚਾਹੁੰਦਾ, ਹੁਣੇ ਪਾਣੀ ਲਿਆਉਣਾ। ਜੋਗੀਆਂ ਨੇ ਪਾਣੀ ਲਿਆਉਣ ਲਈ ਖੱਪਰ ਦੇ ਦਿੱਤਾ। ਨਾਲ ਜੋਗੀਆਂ ਨੇ ਕਰਾਮਾਤ ਕੀਤੀ, ਉਹ ਨਦੀ ਵਿੱਚੋਂ ਪਾਣੀ ਸੁਕਾ ਕੇ ਹੀਰੇ ਮੋਤੀ ਜਵਾਹਰਾਤ ਰਤਨਾਂ ਦੀ ਨਦੀ ਵਗਾ ਦਿੱਤੀ। ਹੁਣ ਗੁਰੂ ਨਾਨਕ ਪ੍ਰਭਾਵਿਤ ਹੋ ਕੇ ਸਾਡੇ ਪੈਰਾਂ 'ਚ ਪੈਣਗੇ, ਅਸੀਂ ਇਹਨੂੰ ਆਪਣਾ ਚੇਲਾ ਬਣਾਵਾਂਗੇ। ਭਾਈ ਗੁਰਦਾਸ ਸਾਹਿਬ ਲਿਖਦੇ, ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈ ਬਣੇ ਉੱਠ ਚੱਲਾ। ਬਾਬਾ ਆਇਆ ਪਾਣੀ ਐ, ਡਿੱਠੇ ਰਤਨ ਜਵੇਹਰ ਲਾਲਾ। ਤੇ ਪਾਤਸ਼ਾਹ ਨੇ ਵੇਖਿਆ ਰਤਨ ਜਵੇਹਰ ਹੀਰੇ ਮੋਤੀਆਂ ਦੀ ਨਦੀ ਵਗਦੀ ਹੈ, ਖਾਲੀ ਮੁੜ ਗਏ। ਸਿੱਧ ਜੋਗੀ ਪੁੱਛਦੇ ਪਾਣੀ ਨਹੀਂ ਲਿਆਂਦਾ? ਸਤਿਗੁਰਾਂ ਕਿਹਾ ਪਾਣੀ ਠੌਰ ਨਹੀਂ ਉਸ ਤਲ। ਬਾਬਾ ਆਇਆ ਪਾਣੀਓ, ਪਾਣੀ ਠੌਰ ਨਹੀਂ ਉਸ ਤਲ। ਜੋਗੀ ਕਹਿੰਦੇ ਬਾਬਾ ਹੋਰ ਉੱਥੇ ਕੀ ਸੀ? ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋਰ ਤੋਂ ਮੈਂ ਕੀ ਲੈਣਾ, ਤੁਸੀਂ ਪਾਣੀ ਲੈਣ ਭੇਜਿਆ, ਪਾਣੀ ਨਹੀਂ ਸੀ। ਜੋਗੀ ਬੜੇ ਹੈਰਾਨ ਹੋਏ, ਗ੍ਰਸਤੀ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਤੇ ਹੀਰੇ ਮੋਤੀਆਂ ਦਾ ਕੋਈ ਪ੍ਰਭਾਵ ਨਹੀਂ ਪਿਆ, ਹੀਰੇ ਰਤਨ ਜਵਾਹਰਾਤ ਦੀ ਨਦੀ ਵਗ ਰਹੀ, ਕੋਈ ਪ੍ਰਭਾਵ ਨਹੀਂ। ਜੋਗੀਆਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ। ਓਏ ਜਿਹਨੂੰ ਹੀਰੇ ਮੋਤੀ ਵਿਖਾ ਕੇ ਭਰਮਾਉਣਾ ਚਾਹੁੰਦੇ ਹੋ, ਉਹ ਗੁਰੂ ਤਾਂ ਕਦੋਂ ਦਾ ਸਿੱਖਾਂ ਨੂੰ ਉਪਦੇਸ਼ ਦਿੰਦਾ ਹੈ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ। ਮਤ ਦੇਖ ਭੁੱਲਾਂ ਵਿਸਰੇ, ਤੇਰਾ ਚਿਤ ਨਾ ਆਵੇ ਨਾਓ। ਸਿੱਧ ਜੋਗੀ ਫਿਰ ਪਾਤਸ਼ਾਹ ਤੋਂ ਪ੍ਰਭਾਵਿਤ ਹੋਏ ਤੇ ਗੁਰੂ ਨੇ ਫਿਰ ਸਿੱਧਾਂ ਨੂੰ ਜਿੱਤਿਆ, ਕਰਾਮਾਤ ਨਾਲ ਨਹੀਂ। ਪਤਾ ਕੀ ਲਿਖਿਆ? ਸ਼ਬਦ ਜਿੱਤੀ ਸਿੱਧ ਮੰਡਲੀ। ਸ਼ਬਦ ਨਾਲ, ਕਿਉਂਕਿ ਸ਼ਬਦ ਗੁਰੂ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਪਾਤਸ਼ਾਹ ਨੇ ਉਹ ਗ੍ਰੰਥ ਨਾਲ, ਸ਼ਬਦ ਨਾਲ, ਵਿਚਾਰ ਨਾਲ ਜਿੱਤਿਆ ਤੇ ਆਪਣੇ ਪੰਥ ਨੂੰ ਨਿਰਾਲਾ ਕਰ ਦਿੱਤਾ, ਵੱਖਰਾ ਕਰ ਦਿੱਤਾ, ਦੁਨੀਆ ਨਾਲੋਂ ਅਲੱਗ ਦੱਸਿਆ। ਭਾਈ ਇਹਦੇ ਵਿੱਚ ਵਹਿਮ ਭਰਮ ਕੋਈ ਥਾਂ ਨਹੀਂ ਹੈ, ਇਹਦੇ ਵਿੱਚ ਸਗਨ ਅਪਸਗਨ ਨੂੰ ਕੋਈ ਥਾਂ ਨਹੀਂ। ਇਹ ਸਿੱਧਾ ਡਾਇਰੈਕਟ ਤੁਹਾਨੂੰ ਰੱਬ ਤੱਕ ਲੈ ਕੇ ਜਾਏਗਾ। ਤੁਹਾਡੇ ਵਿੱਚ ਤੇ ਰੱਬ ਦੇ ਵਿਚਕਾਰ ਹੋਰ ਕੋਈ ਨਹੀਂ ਆਏਗਾ। ਕਾਗਜ਼ ਕੀ ਓਬਰੀ ਖਤਮ ਕਰ ਦਿੱਤੀ, ਸਿੱਧਾ ਸਾਧ ਸੰਗਤ ਸ਼ਬਦਾਂ ਦੀ ਕੈਦ ਚੋਂ ਕੱਢ ਕੇ ਸਿੱਖ ਨੂੰ ਰੱਬ ਨਾਲ ਜੋੜ ਦਿੱਤਾ। ਤੂੰ ਆਪਣੀ ਅਰਦਾਸ ਆਪੇ ਕਰ ਸਕਦਾ। ਕਿਵੇਂ? ਰੋਜ਼ ਸ਼ਬਦ ਨਾਲ ਜੁੜ ਕੇ ਕਹੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ। ਸਿੱਧੀ ਰੱਬ ਨੂੰ ਅਰਦਾਸ। ਇੱਕ ਵਾਰ ਕਹੋ ਪਿਆਰ ਵਿੱਚ ਆ ਕੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ। ਸਿੱਧਾ ਰੱਬ ਨਾਲ ਜੋੜ ਦਿੱਤਾ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ। ਪੋਥੀਆਂ ਗੁਰੂ ਅੰਗਦ ਦੇ ਮਹਾਰਾਜ ਨੂੰ। ਗੁਰੂ ਅੰਗਦ ਦੇ ਮਹਾਰਾਜ ਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਗੁਰੂ ਅਮਰਦਾਸ ਮਹਾਰਾਜ 22 ਸਾਲ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਹੀਂ ਕੀਤੀ। ਪੋਥੀਆਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ। 7 ਸਾਲ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਪਾਦਨਾ ਨਹੀਂ ਕੀਤੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਅਚਾਨਕ ਸੰਪਾਦਨਾ ਕਰਨ ਦਾ ਹੁਕਮ ਕਿਉਂ ਦਿੱਤਾ? ਉਹਦਾ ਇੱਕ ਰੀਜਨ ਸੀ, ਉਸ ਵਕਤ ਬਾਣੀ ਵਿੱਚ ਮਿਲਾਵਟ ਹੋਣ ਲੱਗ ਪਈ ਸੀ। ਪ੍ਰਿਥੀਆਂ ਕਾ ਪੁੱਤਰ ਮਿਹਰਬਾਨ ਕਰੇ ਕਵਿਸ਼ਰੀ, ਆਪਣੇ ਕੋਲੋਂ ਕਵਿਤਾਵਾਂ ਰਚ ਕੇ ਵਿੱਚ ਮਿਲਾਉਣ ਲੱਗ ਪਿਆ। ਕਈ ਪੰਕਤੀਆਂ ਲੋਕਾਂ ਦੇ ਅੱਜ ਵੀ ਜ਼ੁਬਾਨ ਤੇ ਚੜੀਆਂ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਾਂ ਕਹਿਣਗੇ ਸਖੀ ਦੇ ਸੰਤੋਖੀ ਖਾਏ, ਕੋ ਨਾਨਕ ਦਰਦੀ ਦਰ ਸਮਾਏ। ਇਹ ਬਾਣੀ ਦੀਆਂ ਪੰਕਤੀਆਂ ਨਹੀਂ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖਿਆ ਮਿਲਾਵਟ ਹੈ, ਉਦੋਂ ਪਾਤਸ਼ਾਹ ਨੇ ਸਭ ਸਿੱਖਾਂ ਨੂੰ ਹੁਕਮ ਕੀਤਾ, ਪੋਥੀਆਂ ਗੁੱਟ ਕੇ ਵਾਪਸ ਮੰਗਾਓ। ਜਿਹੜੇ ਸਿੱਖ ਨੇ ਕਾਬਲ ਤੋਂ ਆਏ ਨੇ, ਸ਼ਬਦ ਪੜਿਆ, ਉਹਨੂੰ ਸੱਦ ਕੇ ਪੁੱਛਿਆ ਕਿੱਥੋਂ ਸਿੱਖਿਆ? ਉਹਨੇ ਕਿਹਾ ਮਹਾਰਾਜ ਧਰਮਸ਼ਾਲਾ ਵਿੱਚੋਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ
ਤਤਕਾਲ ਹੁਕਮ ਦਿੱਤਾ, ਬਾਣੀ ਦੀਆਂ ਪੋਥੀਆਂ ਦੀ ਸੁਧਾਈ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪਾਦਨਾ ਕੀਤੀ, ਰਾਗਵੱਧ ਕੀਤਾ, ਗਿਣਤੀ ਲਿਖੀ। ਇੱਥੋਂ ਤੱਕ ਸਾਧ ਸੰਗਤ ਤੁਸੀਂ ਦਰਸ਼ਨ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ। ਮੈਂ ਕਈ ਵਾਰ ਲਾਈਵ ਤੋਂ ਬੇਨਤੀ ਕੀਤੀ, ਹਰ ਸਿੱਖ ਨੂੰ ਆਪਣੀ ਜ਼ਿੰਦਗੀ ਹਯਾਤੀ ਵਿੱਚ ਇਹ ਅਰਦਾਸ ਕਰਿਓ, ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਤੁਹਾਨੂੰ ਦਰਸ਼ਨ ਹੋਣ। ਇੱਕੋ ਓੰਕਾਰ ਤੋਂ 18 10 20 ਤੱਕ ਇੱਕ ਸਹਿਜ ਪਾਠ ਜ਼ਿੰਦਗੀ ਵਿੱਚ ਜ਼ਰੂਰ ਕਰਕੇ ਜਾਇਓ। ਉਹ ਵੀ ਸਹਿਜ ਨਾਲ, ਇੱਕ ਅੰਗ 2 ਅੰਗ ਜ਼ਰੂਰ ਸਹਿਜ ਨਾਲ ਪੜੋ, ਕਿਉਂ? ਅਸੀਂ ਦਰਸ਼ਨ ਕਰ ਸਕੀਏ। ਜਿਹਨੂੰ ਗੁਰੂ ਮੰਨਦੇ ਉਹਦੇ ਸੰਪੂਰਨ ਦਰਸ਼ਨ ਹੋਣ। ਪਾਤਸ਼ਾਹ ਨੇ ਇੰਨੀ ਬਰੀਕੀ ਨਾਲ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਇੱਕ ਅੱਖਰ ਵੀ ਸ਼ਬਦ ਇੱਧਰ ਉੱਧਰ ਨਹੀਂ ਕੋਈ ਕਰ ਸਕਦਾ। ਤੁਸੀਂ ਲਿਖਿਆ ਪੜੋਗੇ, ਜਿੱਥੇ ਲਿਖਿਆ ਹੋਏਗਾ ਆਸਾ ਮਹੱਲਾ ਚੌਥਾ, ਕਾਫੀ ਘਰ ਪੰਜਵਾਂ, ਅਸ਼ਟਪਦੀਆਂ, ਮਗਰ ਲਿਖਿਆ ਹੋਣਾ 16। ਉਹਦਾ ਅਰਥ ਹੈ ਵੀ 16 ਅਸ਼ਟਪਦੀਆਂ ਹੈ। ਇੱਕ ਇੱਕ ਅਸ਼ਟਪਦੀ ਜਦੋਂ ਪੂਰੀ ਹੋਣੀ ਹੈ, ਨਾਲ ਲਿਖਿਆ ਹੋਣਾ ਡੰਡੀਆਂ ਪਾ ਕੇ 8 ਅਸ਼ਟਪਦੀ ਪੂਰੀ ਹੋ ਗਈ, ਨਾਲ ਇੱਕ ਅਸ਼ਟਪਦੀ ਹੈ। ਫਿਰ 2 3 ਅਖੀਰ ਤੇ ਜਿੱਥੇ ਅਸ਼ਟਪਦੀਆਂ ਸਰਲੇਖ ਖਤਮ ਹੋਣੇ ਉੱਥੇ ਬ੍ਰੈਕਟ ਵਿੱਚ 16, ਫਿਰ 2 ਡੰਡੀਆਂ ਪਾ ਕੇ ਲਿਖਿਆ ਹੋਣਾ ਜਿੰਨੇ ਸ਼ਬਦ ਹੋ ਗਏ, 300 ਇੰਨੇ, 400 ਇੰਨੇ, ਉੱਥੇ ਸ਼ਬਦ, ਤਾਂ ਜੋ ਇੱਥੋਂ ਤੱਕ ਇੰਨੇ ਸ਼ਬਦ ਹੋ ਗਏ, ਕੋਈ ਵੱਧ ਘੱਟ ਸ਼ਬਦ ਨਾ ਪਾਵੇ। ਇੰਨੀ ਬਰੀਕੀ ਨਾਲ ਰਾਗਬੱਧ, ਔਰ ਜਿਸ ਬਾਣੀ ਨੂੰ ਰਾਗਬੱਧ ਕਰਕੇ ਪਾਤਸ਼ਾਹ ਨੇ ਸੰਪਾਦਨਾ ਕੀਤੀ, ਉਹਦੇ ਵਿੱਚ ਇੱਕ ਸਭ ਤੋਂ ਵੱਡੀ ਵਡਿਆਈ ਰੱਖੀ। ਭਾਈ ਸਿੱਖੋ, ਇਹ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਪ੍ਰਾਪਤ ਹੋਣੀ ਸੀ। ਗੁਰੂ ਗ੍ਰੰਥ ਸਾਹਿਬ ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਲਈ ਸ਼ੁਰੂਆਤ ਦੇ ਅੰਦਰ ਪਾਤਸ਼ਾਹ ਨੇ ਨਾ ਰਾਗ ਲਿਖਿਆ, ਨਾ ਮਹੱਲਾ ਲਿਖਿਆ, ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਪਤਾ ਕਿੱਥੋਂ ਹੋਈ? ਇੱਕ ਓੰਕਾਰ ਸਤਿਨਾਮ। ਇੱਕ ਦਿਨ ਮੈਂ ਅੱਗੇ ਵੀ ਲਾਈਵ ਵਿੱਚ ਕਿਹਾ, ਪਹਿਲੇ ਅੰਗ ਤੋਂ ਦਰਸ਼ਨ ਕਰਿਓ। ਉੱਥੇ ਤਾਂ ਪਾਤਸ਼ਾਹ ਨੇ ਕਾਲਮ ਵੀ ਖਾਲੀ ਛੱਡ ਦਿੱਤਾ, ਉੱਥੇ ਤਾਂ ਪੇਜ ਅੰਗ ਵੀ ਨਹੀਂ ਲਿਖਿਆ ਹੋਇਆ ਕਿ 1 2 3 4, 2 ਅੰਗ ਤੋਂ 2 ਲਿਖਿਆ। ਪਰ ਇੱਕ ਅੰਗ ਦੇ ਦਰਸ਼ਨ ਕਰਿਓ ਤੁਸੀਂ, ਬਾਣੀ ਪੜ੍ਹਨ ਵਾਲੇ ਬੈਠੇ ਹੋ, ਉੱਥੇ ਕਾਲਮ ਖਾਲੀ ਛੱਡਿਆ, ਉਹਦੇ ਵਿੱਚ ਏਕਾ ਨਹੀਂ ਪਾਇਆ। ਕਿਉਂ? ਭਾਈ ਏਕੇ ਦੇ ਅਰਥ ਨਾਲ ਨਾ ਕੋਈ ਗਲਤ ਕੱਢ ਲੈ। ਸਿੱਧਾ ਰੱਬ ਦੀ ਸ਼ੁਰੂਆਤ, ਗੁਰੂ ਗ੍ਰੰਥ ਸਾਹਿਬ ਨਿਰੰਕਾਰ ਦੀ ਸ਼ੁਰੂਆਤ ਕਿੱਥੋਂ ਹੋਈ ਸਿੱਖੋ? ਤੁਹਾਡੇ ਸ਼ਬਦ ਗੁਰੂ ਦੀ ਸ਼ੁਰੂਆਤ ਸਿੱਧੀ ਇੱਕ ਓੰਕਾਰ ਸਤਿਨਾਮ। ਆਖੋ ਇੱਕ ਓੰਕਾਰ ਸਤਿਨਾਮ। ਉੱਪਰ ਕਾਲਮ ਖਾਲੀ ਛੱਡ ਦਿੱਤਾ, ਪੇਜ ਅੰਗ ਨੰਬਰ ਨਹੀਂ ਪਾਇਆ। ਕਿਉਂ? ਉਹਦੇ ਅਰਥ ਨਾਲ ਕੋਈ ਗਲਤ ਕਰਨ ਲੱਗ ਜਾਏ। ਕਿਉਂਕਿ ਕੈਦਾਂ ਦਾ ਵੀ ਮੱਤ ਚੱਲਿਆ, ਜਿਹੜਾ ਬਾਬਾ ਹੁਣ ਤਾਂ ਉਹ ਜੇਲ੍ਹ ਵਿੱਚ PR ਹੋ ਗਿਆ, ਉਸ ਬਾਬੇ ਨੇ ਏਕਾ ਲਿਖ ਕੇ ਲੋਕਾਂ ਦੇ ਗਲ 'ਚ ਪਾਉਣ ਲੱਗ ਪਿਆ। ਏਕੇ ਦੇ ਤਵੀਤ ਬਣਾ ਕੇ ਨਾ ਲੋਕਾਂ ਦੇ ਗਲ 'ਚ ਪਾ ਦਿੱਤੇ। ਸਾਧ ਸੰਗਤ, ਉਹਦੇ ਨਾਲ ਕੀ ਹੋਣਾ? ਕੋਈ ਏਕਾ ਲਿਖ ਕੇ ਗਲ 'ਚ ਪਾ ਲੈ, ਕੋਈ ਜੋ ਮਰਜ਼ੀ ਗਲ ਵਿੱਚ ਪਾ ਲੈ, ਜਿੰਨੀ ਦੇਰ ਏਕੇ ਨੂੰ ਮੰਨਦਾ ਨਹੀਂ ਉਨੀ ਦੇਰ ਰੱਬ ਤੱਕ ਪਹੁੰਚ ਨਹੀਂ ਸਕੇਗਾ। ਏਕੇ ਦਾ ਤਵੀਤ ਗਲ ਵਿੱਚ ਪਾਉਣ ਨਾਲ ਕੁਝ ਨਹੀਂ ਹੋਏਗਾ। ਜਿਹਨੇ ਏਕੇ ਦੇ ਤਵੀਤ ਲੱਖਾਂ ਲੋਕਾਂ ਦੇ ਗਲ 'ਚ ਪਵਾਏ, ਅੱਜ ਉਹ ਖੁਦ ਬਾਬਾ ਜੇਲ੍ਹ ਵਿੱਚ ਬੈਠਾ, ਪੂਰੀ ਉਮਰ ਕੈਦ ਉਹਨੂੰ ਜੇਲ੍ਹ ਹੋਈ ਹੈ। ਸਾਧ ਸੰਗਤ, ਉਹਦੇ ਉੱਤੇ ਲੱਖਾਂ ਹਜ਼ਾਰਾਂ ਲੋਕਾਂ ਨਾਲ ਫਰਾਡ, ਧੋਖਾ, ਕਤਲ, ਬਲਾਤਕਾਰ ਦੇ ਕੇਸ ਨੇ। ਏਕਾ ਗਲ ਵਿੱਚ ਪਾਉਣ ਨਾਲ ਕੁਝ ਨਹੀਂ ਹੋਏਗਾ, ਏਕਾ ਮਨ ਵਿੱਚ ਵਸਾਉਣਾ ਪੈਂਦਾ ਹੈ। ਤਾਈਓ ਸਾਹਿਬ ਰੋਜ਼ ਸਿੱਖ ਨੂੰ ਯਾਦ ਕਰਾਉਣਗੇ। ਜਪਜੀ ਸਾਹਿਬ ਅੰਦਰ ਤੁਸੀਂ 2 ਵਾਰ ਪੜੋਗੇ, ਜਿੱਥੇ ਗੁਰੂ ਕੋਲੋਂ ਮੰਗਿਆ ਜਾਣਾ, ਪਾਤਸ਼ਾਹ ਮੈਨੂੰ ਅਕਲ ਦਿਓ, ਕਿਹੜੀ? ਮੈਨੂੰ ਇੱਕ ਨਾ ਕਦੇ ਵਿਸਰੇ। ਗਲ ਵਿੱਚ ਨਹੀਂ, ਪਾਤਸ਼ਾਹ ਮਨ ਵਿੱਚ ਵਸ ਜਾਏ। ਰੋਜ਼ ਸਿੱਖ ਨੇ ਮੰਗਣਾ, ਗੁਰਾ ਇੱਕ ਦੇ ਬੁਝਾਈ। ਪੜੋ ਗੁਰਾ ਇੱਕ ਦੇ ਬੁਝਾਈ ਦਾ ਅਰਥ ਅਕਲ। ਕੀ ਮੰਗਿਆ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ, ਸੋ ਮੈਂ ਵਿਸਰ ਨਾ। ਇਹ ਸਿੱਖ ਨੇ ਮੰਗਣਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਇੱਕ ਰਾਤ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋ ਗਏ, ਪ੍ਰਕਾਸ਼ ਕਰਨ ਦੀ ਗੱਲ ਚੱਲੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੌਣ ਕਰੇਗਾ? ਗੁਰੂ ਗ੍ਰੰਥ ਸਾਹਿਬ ਦਾ ਹੁਕਮ ਪੜ੍ਹ ਕੇ ਕੌਣ ਸੁਣਾਏਗਾ? ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਦਿਨ ਪਹਿਲਾਂ ਰਾਤ ਨੂੰ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਕਰ ਰਹੇ ਸਨ। ਪਹਿਲੇ ਪਹਿਰ ਪਾਤਸ਼ਾਹ ਚਲਦਿਆਂ ਚਲਦਿਆਂ, ਜਿੱਥੇ ਸਰੋਵਰ ਦੇ ਕੰਢਿਆਂ 'ਚ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਨਾ, ਉਸ ਵੇਰ ਦੇ ਕੋਲ
बाबा बुढ़ा साहब चिट्टी चादर नाल सिर ढकिया होया चौंकड़ा मार के बैठे ने। अंमृत सरोवर दे कंढे रात टिकी हुई है, पहले पैरे फुलड़ा फल भी पच्छा, रात सुरत जोड़ के अंमृत सरोवर दे कंढे जप रहे ने। वाहिगुरु वाहिगुरु वाहिगुरु। गुरु अर्जन देव महाराज कोल खलो गए, वेख्या बाबा बुढ़ा साहब है, बड़े प्यार अदब नाल कहा, बाबा बुढ़ा साहब जी तुहाडे कोलों एक सेवा लैनी है। उठ खलोते, महाराज इस वक्त हुक्म करो। श्री गुरु अर्जन देव महाराज जी बोले, कहते आद श्री गुरु ग्रंथ साहब जी का प्रकाश हरमंदर साहब करना। बाबा बुढ़ा साहब साडे मन की इच्छा है उस ग्रंथ का प्रकाश तुहाडे हत्थां तुहाडे कर कमलां नाल होना चाहिए, उहदा प्रकाश तुसीं करो। ते इतिहास कहंदा है गुरु अर्जन देव महाराज नूं बाबा बुढ़ा साहब कहंदे, महाराज मैं घाह खोतण वाला बंदा, महाराज मैं अनपढ़ जिहा बंदा, मैनू किहड़ा कोई ज्ञान आउंदा है, किसे ज्ञानवान पढ़े गुरसिख दी सेवा लाओ, मैनू बुढ़े नूं अनपढ़ नूं क्यों, मैं ते घाह खोतण वाला है, महाराज मेरे हत्थां तो प्रकाश क्यों। कहंदे ने गुरु अर्जन साहब महाराज ने बचन कहे, बाबा बुढ़ा जी जिहड़े हत्थां नाल तुसीं कहंदे हो मेरे हत्थ तां घाह खोतण वाले ने, मेरे बुढ़े कोलों प्रकाश क्यों। ते गुरु अर्जन देव महाराज ने कहा, जिन्हां दी बाणी है ना गुरु ग्रंथ साहब विच, बाबा बुढ़ा साहब वह भी तां जोड़े गंढण वालियां दी बाणी है, वह भी तां हत्थ नाल कपड़े बुनन वालियां दी बाणी है, वह भी तां हत्थ नाल कपड़े सिउण वाले बाबे नामदेव दी बाणी है। इसलिए तुहाडे हत्थ इन्ने सुच्चे ने बाबा बुढ़ा साहब, तुहाडे कर कमलों तो प्रकाश कराउणा। 98 ईयर ओल्ड भाव 98 साल दी उम्र बाबा बुढ़ा साहब दी। धन गुरु अर्जन देव महाराज ने कहा तुसीं प्रकाश करो। एक नुकता तुहाडे समक्ष करां, बाबे बुढ़े कोल शरदा ते प्रतीत है, जिहदे कोलों गुरु ग्रंथ साहब जी लिखवाए ने ना वो भाई गुरदास साहब, उन्हां कोल ज्ञान है, वो कंछी तो पढ़े हुए ने, जिन्हां कोलों प्रकाश कराया है उस बाबे बुढ़े दे कोल शरदा ते प्रतीत है, प्रेम ते प्रतीत नाल भरे है। दोवें चीज़ां सिक्खा तेरे हिरदे विच होणियां चाहीदियां ने, तेरे अंदर ज्ञान भी होवे, तेरे अंदर शरदा प्रतीत ते विश्वास भी होवे। जिदन दोवें चीज़ां कट्ठियां हो गईयां, भाई गुरदास साहब वर्गा ज्ञान, बाबे बुढ़े वर्गी शरदा प्रेम प्रतीत, उदन गुरु ग्रंथ साहब की बाणी का कला प्रकाश नहीं। याद रखी गुरु ग्रंथ साहब चों तैनूं निरंकार दे दर्शन हो जाणगे। दोवें चीज़ां चाहीदियां ने, ज्ञान भी होना चाहिए। ये ना होवे तुसीं गुरु ग्रंथ साहब की बाणी भी पढ़ो ते ज्ञान ना होवे। गुरु ग्रंथ साहब का सन्मान किवें करना है, सत्कार किवें करना है। साध संगत जिन्हां नूं सत्कार सन्मान का पता है, वो गुरु ग्रंथ साहब का गुटका पोथी अपने हथ में चुकते हैं, बड़े अदब सन्मान नाल अपने सीने छाती तो नीवा नहीं करनगे। ते जिन्हां नूं ज्ञान नहीं, मैनूं माफ करियो, शरदा ते प्रेम नहीं, उत्थे बड़ा मन नूं अफसोस हुंदा है। तुसीं नितनेम करदे करदे बैड दी ढो ते गुटका रख दिंदे हो, जिथे चाह वाले जूठे कप पए ने उत्थे बाणी दा गुटका। इहदा मतलब तुहाडे अंदर अदब सत्कार नहीं, तुहानूं इस गल दा ज्ञान नहीं कि गुरु ग्रंथ साहब दा अदब किवें करना है। गुरु ने हुक्म किया जिन पै अदब ना बाणी धारा, जिन्हें मन च अदब ना किया बाणी दा, जानो सो सिख नहीं हमारा, जो सिख गुरबाणी पै करे, बिन प्रयास भव सागर तरे। जिहड़ा बाणी दा भै रखदा है, अदब करदा है, बहुता उहनूं प्रयास करन दी लोड़ नहीं, उहनूं गुरु अंजी लंघा दिंदा है। भाई उहनूं भै है गुरु दा, भै और भाओ इकट्ठे पैदा हुंदे ने। ताइयों साहब ने कहा भै बिन भगत ना हो बई, हर नाम ना लगे प्यार। इसलिए साध संगत ज्ञान ते शरदा कट्ठे। ज्ञान भाई गुरदास साहब कोल है, शरदा बाबा बुढ़ा साहब दे कोल है। जदों दोवें चीज़ां कट्ठियां हो जाण, गुरु ग्रंथ साहब दे शब्द विचों निरंकार दिसेगा। वाह वाह बाणी निरंकार है, तिस जेवड़ अवर ना कोय। बाबा बुढ़ा साहब ने प्रकाश किया ते भाई साध संगत भाई साहब भाई संतोख सिंह होरां प्रसंग लिखिया है। कहंदे बाबे बुढ़े धन गुरु अर्जन देव महाराज ने उन्हां कोलों सेवा लई। फिर बाबा बुढ़ा साहब ने कहा अपने हत्थां नाल प्रकाश करो। अपने सुंदर कर कमला नाल जदों प्रकाश किया,
ਤੇ ਪਹਿਲਾ ਤਾਬਿਆ ਵੈਕ ਹੁਕਮ ਪੜਿਆ ਜਿਹੜਾ ਤੁਸੀਂ ਗੁਰੂ ਦੇ ਕੀਰਤਨੀਆਂ ਕੋਲੋਂ ਸ਼ਬਦ ਸੁਣੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਦੋਂ ਸਿੱਖਾ ਤੇਰੇ ਅੰਦਰ ਸ਼ਰਧਾ ਤੇ ਪ੍ਰੇਮ ਹੋਵੇ, ਇਹ ਵੀ ਯਾਦ ਰੱਖੀ, ਫਿਰ ਗੁਰੂ ਦੇ ਸ਼ਬਦ ਨੇ ਪ੍ਰਤੱਖ ਰੂਪ ਵਿੱਚ ਤੇਰੇ ਨਾਲ ਤੁਰਨ ਲੱਗ ਪੈਣਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨੇ ਸਤਾਰੇ। ਫਿਰ ਮੈਂ ਆਰੰਭ ਵਿੱਚ ਉੱਥੇ ਆਵਾਂ ਜਿੱਥੋਂ ਕਥਾ ਸ਼ੁਰੂ ਕੀਤੀ ਸੀ। ਗੁਰੂ ਨੇ ਗ੍ਰੰਥ ਸਾਹਿਬ ਜੀ ਵੀ ਦਿੱਤਾ ਤੇ ਨਾਲ ਗੁਰੂ ਨੇ ਪੰਥ ਵੀ ਦਿੱਤਾ ਹੈ। ਪੰਥ ਦਾ ਅਰਥ ਹੈ ਗੁਰੂ ਗ੍ਰੰਥ ਦੇ ਕਹੇ ਉੱਤੇ ਤੁਰਨਾ। ਜਦੋਂ ਸਿੱਖਾਂ ਗੁਰੂ ਦੇ ਉਪਦੇਸ਼ ਉੱਤੇ ਤੁਰ ਪਏ, ਤੂੰ ਪੰਥ ਦਾ ਪੰਥੀ ਹੋ ਗਿਆ, ਤੂੰ ਪੰਥ ਦੇ ਉੱਤੇ ਤੁਰ ਪਏ। ਇਹ ਪੰਥ ਤੈਨੂੰ ਨਿਰੰਕਾਰ ਤੱਕ ਲੈ ਜਾਏਗਾ, ਪਰ ਸ਼ਰਤ ਇਹ ਹੈ ਤੈਨੂੰ ਪੁੱਛ ਕੇ ਚੱਲਣਾ ਪਏਗਾ ਗੁਰੂ ਗ੍ਰੰਥ ਸਾਹਿਬ ਤੋਂ। ਕਿਉਂਕਿ ਰਾਹ ਜਾਂਦਿਆਂ ਦੁਨਿਆਵੀ ਰਸਤਾ ਵੀ ਜੇ ਅਣਜਾਣ ਬੰਦਾ ਹੋਵੇ ਉਹ ਭਟਕ ਸਕਦਾ, ਉਹ ਰਸਤੇ ਚੋਂ ਪੜਦਾ। ਜਦੋਂ ਉਹ ਪੜਦਾ ਇਕੱਲਾ ਪੜਦਾ ਨਹੀਂ, ਉਸ ਰਸਤੇ ਤੇ ਡਾਇਰੈਕਸ਼ਨ ਦਿੱਤੀਆਂ ਹੋਈਆਂ ਨੇ, ਨਾਲ ਨਾਲ ਹਦਾਇਤਾਂ ਦਿੱਤੀਆਂ ਨੇ। ਕੀ ਹੁਣ ਚੰਡੀਗੜ੍ਹ ਤਾਂ ਤੁਹਾਨੂੰ ਪਤਾ ਇੱਥੇ ਬੜੀ ਸਖਤ ਹਦਾਇਤਾਂ ਨੇ, ਰਸਤੇ ਉੱਤੇ ਚੱਲਦੇ ਹੋ 2 ਮਿੰਟ ਧਿਆਨ ਦਿਓ, ਉਹਦੇ ਉੱਤੇ 3 ਪੱਟੀਆਂ ਬਣੀਆਂ ਨੇ, ਦੋਵਾਂ ਸਾਈਡ ਉੱਤੇ ਰਸਤੇ ਤੇ ਵਾਈਟ ਰੰਗ ਦੀ ਪੱਟੀ ਹੈ, ਸੈਂਟਰ ਵਿੱਚ ਵੀ ਵਾਈਟ ਹੈ। ਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਉਹ ਰਸਤੇ ਤੇ ਕਿਸੇ ਨੇ ਡਰਾਇੰਗ ਨਹੀਂ ਕੀਤੀ ਹੋਈ, ਉੱਤੇ ਚਿੱਤਰਕਾਰੀ ਨਹੀਂ ਕੀਤੀ, ਉਹ ਚਿੱਟੇ ਰੰਗ ਦੀਆਂ ਲੀਕਾਂ ਮਾਰ ਕੇ, ਉਹਦਾ ਕੋਈ ਮਤਲਬ ਹੈ। ਜਦੋਂ ਦੋਵੇਂ ਪਾਸੇ ਬਿਲਕੁਲ ਸਿੱਧੀ ਵਾਈਟ ਲਾਈਨ ਹੈ, ਗੱਬੇ ਜਿਹੜੀ ਉਹਦੇ ਵਿੱਚ ਸਪੇਸ ਛੱਡੀ ਹੋਈ ਹੈ, ਥੋੜਾ ਸਪੇਸ ਛੱਡ ਕੇ ਵਾਈਟ, ਉੱਥੇ ਕਿਤੇ ਉਹਨਾਂ ਕੋਲ ਰੰਗ ਮੁੱਕ ਗਿਆ ਚਿੱਟਾ, ਉਹਨਾਂ ਨੇ ਸਪੇਸ ਕਿਉਂ ਛੱਡ ਦਿੱਤੀ? ਜਿਨ੍ਹਾਂ ਨੇ ਟ੍ਰੈਫਿਕ ਰੂਲ ਹਦਾਇਤਾਂ ਪੜ੍ਹੀਆਂ ਤੁਹਾਨੂੰ ਪਤਾ ਹੈ, ਉਹ ਵਿੱਚ ਸਪੇਸ ਛੱਡ ਕੇ ਵਾਈਟ ਰੰਗ ਦੀ ਪੱਟੀ ਦਾ ਭਾਵ ਹੈ ਤੂੰ ਲੈਫਟ ਰਸਤੇ ਖੱਬੇ ਹੱਥ ਜਾ ਰਿਹਾ, ਲੋੜ ਪੈਣ ਤੇ ਕਿਸੇ ਗੱਡੀ ਨੂੰ ਓਵਰਟੇਕ ਕਰਨਾ, ਤੂੰ ਸੱਜੇ ਜਾ ਕੇ ਵੀ ਫਿਰ ਖੱਬੇ ਆ ਸਕਨੇ। ਤੇ ਕਈਆਂ ਥਾਵਾਂ ਤੇ ਵੇਖਿਓ ਸਿੱਧੀ ਪੱਟੀ ਵਾਈਟ ਮਾਰੀ ਹੋਈ ਹੈ, ਉਹਦੇ ਉੱਤੇ ਉਹਦੇ ਵਿਚਕਾਰ ਕੋਈ ਸਪੇਸ ਨਹੀਂ ਛੱਡੀ। ਉਹਦਾ ਭਾਵ ਕੀ ਹੈ? ਇੱਥੇ ਮੋੜ ਖਤਰਨਾਕ ਹੈ, ਤੂੰ ਲੈਫਟ ਛੱਡ ਕੇ ਰਾਈਟ ਨਹੀਂ ਹੁਣ ਜਾ ਸਕਦਾ। ਜੇ ਤੂੰ ਲੈਫਟ ਤੋਂ ਰਾਈਟ ਹੋ ਕੇ ਓਵਰਟੇਕ ਕੀਤਾ, ਤੂੰ ਕਿਸੇ ਵਾਸਤੇ ਵੀ ਮੁਸੀਬਤ ਬਣੇਗਾ, ਆਪਣਾ ਆਪ ਵੀ ਵਿਗਾੜ ਬੈਠੇਗਾ। ਉਹ ਹਦਾਇਤ ਹੈ ਸਾਧ ਸੰਗਤ, ਉੱਥੇ ਤੁਸੀਂ ਰਾਈਟ ਸਾਈਡ ਬਿਲਕੁਲ ਓਵਰਟੇਕ ਨਹੀਂ ਕਰ ਸਕਦੇ। ਇਹ ਟ੍ਰੈਫਿਕ ਦਾ ਰੂਲ ਹੈ। ਇਦਾਂ ਗੁਰਮਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪੰਥ ਤੇ ਚੱਲਣ ਵਾਲਿਆਂ ਨੂੰ ਉਪਦੇਸ਼ ਦਿੱਤਾ। ਉਹ ਭਲਿਆ ਸਿੱਖਾ, ਇੱਥੇ ਕਿਤੇ ਤੇਰੇ ਕੋਲੋਂ ਕੋਈ ਭੁੱਲ ਚੁੱਕ ਹੋ ਜਾਏ, ਤੂੰ ਗੁਰੂ ਅੱਗੇ ਅਰਦਾਸ ਕਰ ਸਕਨੇ। ਅਣਜਾਣੇ ਵਿੱਚ ਹੋਵੇ ਤੂੰ ਰੋਜ਼ ਕਹਿਣਾ ਕਿ ਲਿਖੇ ਕਤੇ ਨਾ ਛੁਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਤੇਰੇ ਅੰਦਰ ਇਹ ਚਾਹੀਦਾ ਦਇਆ ਵੀ ਹੋਵੇ, ਸੰਤੋਖ ਵੀ ਹੋਵੇ, ਨਰਮਾਈ ਵੀ ਹੋਵੇ। ਪਰ ਇੱਕ ਗੱਲ ਦਾ ਤੂੰ ਖਿਆਲ ਰੱਖਣਾ, ਜਦੋਂ ਆਹ ਚੀਜ਼ਾਂ ਪਾਰ ਕਰ ਜਾਏਗਾ ਤੂੰ ਗੁਰੂ ਦਾ ਸਿੱਖ ਨਹੀਂ ਰਹੇਗਾ। ਜਦੋਂ ਆਹ ਚੀਜ਼ਾਂ ਪਾਰ ਕਰੇਗਾ ਤੇਰਾ ਜਪ ਤਪ ਸੇਵਾ ਸਿਮਰਨ ਖੰਡਿਤ ਹੋ ਸਕਦਾ ਹੈ। ਮਹਾਰਾਜ ਕਿਹੜਾ ਗੁਰੂ ਨੇ ਹਦਾਇਤ ਦਿੱਤੀ, ਸ਼ਬਦ ਤੁਹਾਡੇ ਵਾਸਤੇ ਸਾਧ ਸੰਗਤ, ਗ੍ਰੰਥ ਜਿਹੜਾ ਉਹ ਪੰਥ ਤੇ ਤੁਰਨ ਵਾਲਿਆਂ ਲਈ ਹਦਾਇਤ ਹੈ। ਫਿਰ ਗੁਰੂ ਗ੍ਰੰਥ ਸਾਹਿਬ ਕਹਿਣਗੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਕੋਈ ਕਵੇ ਜਪਜੀ ਸਾਹਿਬ ਰੋਜ਼ ਪੜ੍ਹੀਦਾ, ਘਰ 'ਚ ਕਲੇਸ਼ ਨਹੀਂ ਹਟਦਾ। ਜਪਜੀ ਸਾਹਿਬ ਤਾਂ ਰੋਜ਼ ਪੜ੍ਹਦੇ ਆ, ਘਰ ਵਿੱਚ ਤਾਂ ਗੱਲ ਹੁੰਦੀ ਨਹੀਂ। ਗੁਰੂ ਕੋਲੋਂ ਪੁੱਛਿਓ, ਤੁਸੀਂ ਉਹ ਕੰਮ ਕਿਤੇ ਨਾ ਕਿਤੇ ਕਰ ਰਹੇ ਹੋ ਜਿੱਤੋਂ ਗੁਰੂ ਨੇ ਰੋਕਿਆ। ਤੁਹਾਡੀ ਫਰਿੱਜ ਵਿੱਚ ਉਹ ਚੀਜ਼ਾਂ ਪਈਆਂ ਨੇ ਜਿੱਤੋਂ ਗੁਰੂ ਨੇ ਵਰਜਿਤ ਕੀਤਾ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿਣਗੇ ਇਸ ਪੱਟੀ ਤੋਂ ਇੱਧਰ ਨਹੀਂ ਤੂੰ ਆ ਸਕਦਾ। ਮਹਾਰਾਜ ਕਿਹੜੀ ਸਾਹਿਬ ਕਹਿਣਗੇ ਕਬੀਰ ਭੰਗ ਮਛਲੀ ਸੁਰਾਪਾਨ। ਜਦੋਂ ਤੂੰ ਭੰਗ ਮੱਛੀ ਸੁਰਾਪਾਨ ਇਹ ਚੀਜ਼ਾਂ ਘਰ 'ਚ ਬਾੜ ਲੈਣਾ, ਕਬੀਰ ਭੰਗ ਮਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ, ਤੇ ਸਭੈ ਰਸਾਤ ਲ ਜਾਏ। ਸਭ ਕੁਝ ਵਿਅਰਥ ਤੇਰਾ, ਕਿਉਂਕਿ ਤੂੰ ਗੁਰੂ ਦੀ ਹਦਾਇਤ ਤੋੜ ਦਿੱਤੀ ਹੈ। ਸੋ ਸਾਧ ਸੰਗਤ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪਹਿਲੇ ਦਾ ਅਰਥ, ਇਹਦਾ ਮਤਲਬ ਕੋਈ ਦੂਜਾ ਵੀ ਪ੍ਰਕਾਸ਼ ਹੋਣਾ। ਮੈਂ ਸ਼ੁਰੂ ਵਿੱਚ ਵੀ ਕਿਹਾ, ਪਹਿਲਾ ਪ੍ਰਕਾਸ਼ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਸਰੂਪ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਨ 1604 ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ਮਾਨ ਕੀਤਾ। ਉਹ ਭੀੜ ਅੱਜ ਧੀਰ ਮੱਲੀਆਂ ਦੇ ਕੋਲ ਕਾਫੀ ਲੰਬਾ ਸਮਾਂ ਬਾਅਦ ਵਿੱਚ ਰਹੀ, ਔਰ ਅੱਜ ਕੱਲ੍ਹ ਸ਼੍ਰੀ ਕਰਤਾਰਪੁਰ ਸਾਹਿਬ ਉਸ ਗ੍ਰੰਥ ਦੇ ਦਰਸ਼ਨ ਹੁੰਦੇ ਨੇ। ਪਰ
जिस गुरु ग्रंथ साहिब जी नूं गुरता गद्दी प्राप्त है, ਉਹਦਾ प्रकाश धन गुरु गोबिंद सिंह महाराज जी ने करवाया। इसलिए सानू पहले ग्रंथ लिए पहला प्रकाश कहना पैंदा है। दूजा ग्रंथ जिस गुरु ग्रंथ साहिब महाराज नूं गुरता गद्दी प्राप्त है, ਇਹਦੇ ਵਿੱਚ ਉਹੀਓ ਤੁਰਕੀ ਬਾਣੀ 30 ਰਾਗਾਂ ਤੋਂ ਇਲਾਵਾ एक राग 31वां श्री गुरु तेग बहादुर महाराज जी का जैजाबंती राग 974 तो लैके हुण 930 अंग तक श्री गुरु तेग बहादुर महाराज की विच बाणी और धन गुरु गोबिंद सिंह महाराज जी ने इस ग्रंथ नूं नदेड़ साहब की पावन धरती ते गुरता गद्दी बख्शिश की। प्रकाश करके कहा कि सब सिखन को हुक्म है गुरु मान्यो ग्रंथ, गुरु ग्रंथ जी मान्यो प्रगट गुरां की दे, जो प्रभु को मिलबोच है खोज शब्द में ले। इसलिए इस पुरब नूं कहना पैंदा है कि पहला प्रकाश पुरब, क्योंकि दूजा भी है और ये बीड़ उहियो बीड़ है, उस बाणी नाल मिली बीड़ है। एक एक अखर उस बाणी नाल मिलदा है, पर इस बीड़ की जिलत ते लिखिया होएगा ये बीड़ दमदमी बीड़ नाल मिला के लिखी गई है। सतगुरु गुरु ग्रंथ साहिब महाराज कृपा बख्शिश करन, आपां सारे शब्द नाल जुड़िए, उपदेश नाल जुड़िए, गुरु के उपदेश उत्ते चलीए, वहमां भरमां तो बचो। सगन अप सगन लगते ने, लोगों नूं नज़रां लग जांदियां ने, बुरा हुंदा है, मुहूर्त माड़े हुंदे ने। किन्हां वास्ते भाई? जिस चीत ना आवे, जिन्हों रब ना चेते रहे। सगन अप सगन तिसको लगे, जिस चीत ना आवे। तुहाडे वास्ते एक कैद नहीं है जिहड़ी लोकां वास्ते सी कबीर कागद की ओबरी मस्क है कर्म कपाट। गुरु ने उस तो सानू कढ़ दिता है। बाणी पढ़ो, तुहाडे अंदरों बहम भरम दूर होणगे। अमृत छको, गुरु दे सिंह सजो, ये जीवन जन्म लिखे विच लगे, प्रकाश पुरब मनाए सफल होणगे। अपने घर विच बाणी जरूर पढ़िया करो। तुहानू बेनती है हर एक सिख बच्चा होवे, वड्डा होवे, छोटा होवे, जपजी साहिब का जाप जरूर करे। 24 मिनट लगते हैं जपजी साहिब नूं, ज़्यादा टाइम नहीं लगता। स्कूले घल्लण तो पहला बच्चों नूं जपजी साहिब घट्टो घट्ट करा लिया करो। साध संगत 24 मिनट का पाठ है। मेरा ये विश्वास है जिहड़ा सिख रोज़ जपजी साहिब का पाठ करदा है, वो सिखा 24 घंटिया चो 24 मिनट तो कढ़ लिया कर। जाओ तेरे 24 घंटिया की जिम्मेवारी गुरु ग्रंथ साहिब की है। सतगुर दे लड़ लगी है। सब प्रबंधकों का धन्यवाद। सिख कौम के बहुत प्यारे कीर्तनी है भाई साहब भाई सतनाम सिंह जी कोहाड़ का हजूरी रागी, सचखंड श्री हरमंदर साहब गुरु रामदास महाराज जी के प्यारे कीर्तनीय ने। आओ उन्होंने पासों हुण आपां कीर्तन सरवण करना है। प्रबंधकों पासों अगला प्रोग्राम सरवण करो। दिता होया समा 1 घंटा समाप्त है। इदां तुसीं हुण 1 घंटा होर लाहे प्राप्त करने ने। असीस दिओ, फतेह बुलाओ। वाहिगुरु जी का खालसा, वाहिगुरु जी की फतेह।